ਹੁਣੇ ਹੁਣੇ ਤੁਸੀਂ ਕੈਨੇਡਾ ਦਾ ਦੌਰਾ ਕਰਕੇ ਆਏ ਹੋ, ਤੁਸੀਂ ਖੁਦ ਐਮਪੀ ਹੋ, ਉੱਥੇ ਵੀ ਤੁਸੀਂ ਐਮਪੀ ਸੋਨੀਆ ਸਿੱਧੂ ਦੇ ਨਾਲ ਮਿਲੇ ਜੋ ਬਰੈਂਪਟਨ ਸਾਊਥ ਤੋਂ ਐਮਪੀ ਹੈਗੇ ਆ। ਕੀ ਕੁਛ ਨਵਾਂ ਉੱਥੇ ਜਾ ਕੇ ਦੇਖਿਆ ਤੁਸੀਂ? ਮੈਨੂੰ ਬਹੁਤ ਚੰਗਾ ਲੱਗਿਆ ਕਿ ਉੱਥੇ ਵੀ ਜਾ ਕੇ ਉਹਨਾਂ ਨੇ ਆਪਣੀ ਜਿਹੜੀ ਸੰਸਕਾਰ ਹੈ ਉਹਨਾਂ ਨੇ ਬਰਕਰਾਰ ਰੱਖੇ ਹੋਏ ਨੇ। ਤੇ ਇੱਕ ਹੋਰ ਗੱਲ ਦੇਖੋ ਕਿ ਉੱਥੇ ਉਹਨਾਂ ਨੇ ਆਪਣੇ ਘਰ 'ਚ ਪ੍ਰਕਾਸ਼ ਕੀਤਾ ਹੋਇਆ ਸੀ। ਜਿਹੜੇ ਲੀਡਰ ਹੁੰਦੇ ਆ ਜੀ, ਇਹ ਤਾਂ ਅਕਸਰ ਆਪਾਂ ਦੇਖਦੇ ਹਾਂ, ਦੇਖੋ ਭਾਸ਼ਣਾਂ ਦੇ ਵਿੱਚ ਝੂਠ ਦੇ ਆਲੇ ਦੁਆਲੇ ਵੀ ਕਈ ਰਹਿੰਦੇ ਆ, ਪਰ ਲੀਡਰ ਦਾ ਗੁਰਬਾਣੀ ਦੇ ਨਾਲ ਜੁੜਿਆ ਹੋਣਾ। ਐਮਪੀ ਸੁਨੀਤਾ ਦੁੱਗਲ ਜੀ ਨੂੰ ਕਿੰਨਾ ਕੁ ਟਾਈਮ ਮਿਲ ਜਾਂਦਾ ਹੈ? ਗੁਰਬਾਣੀ ਦਾ ਟਾਈਮ ਤੁਸੀਂ ਕਦੋਂ ਕੱਢਦੇ ਹੋ? ਕਿੰਨੇ ਕੁ ਟਾਈਮ ਤੋਂ ਇੱਧਰ ਜੁੜੇ ਹੋਏ ਹੋ ਜੀ? ਕਿਉਂਕਿ ਇੰਨੇ ਵੱਡੇ ਵੱਡੇ ਗੁਰੂ ਜਿਹੜੇ ਸਾਡੇ ਹੋਏ ਨੇ ਹਿੰਦੁਸਤਾਨ ਵਿੱਚ, ਉਹਨਾਂ ਨੇ ਜੋ ਕੁਝ ਵੀ ਕਿਹਾ ਹੈ ਉਹ ਜਨਤਾ ਦੀ ਭਲਾਈ ਵਾਸਤੇ ਕਿਹਾ। ਇਸ ਕਰਕੇ ਮੇਰਾ ਬਹੁਤ ਜ਼ਿਆਦਾ ਸ਼ੌਕ ਹੈ, ਜਦੋਂ ਮੈਂ ਗੱਡੀ 'ਚ ਹੁੰਦੀ ਹਾਂ ਤਾਂ ਮੇਰੀ ਗੱਡੀ 'ਚ ਵੀ ਬਹੁਤ ਜ਼ਿਆਦਾ ਵਾਰ ਗੁਰਬਾਣੀ ਚੱਲਦੀ ਰਹਿੰਦੀ ਹੈ। 20-22 ਸਾਲ ਤੁਸੀਂ ਨੌਕਰੀ ਕੀਤੀ ਹੈ, ਬਹੁਤ ਵੱਡੀ ਜੌਬ ਸੀ, ਬਹੁਤ ਵੱਡਾ ਅਹੁਦਾ ਸੀ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ, ਤੇ ਇਹੋ ਜਿਹੀ ਜੌਬ ਵਾਸਤੇ ਉਦੋਂ ਬਾਅਦ ਜਿਵੇਂ ਅਕਸਰ ਧਾਰਨਾ ਬਣੀ ਹੈ ਕਿ ਹੁਣ ਤਾਂ ਸਾਰਾ ਕੁਝ ਸਰਕਾਰ ਨੇ ਹੀ ਕਰਨਾ ਤੇ ਆਪਾਂ ਤਾਂ ਪ੍ਰਾਹੁਣੇ ਆ, ਫਿਰ ਵੀ ਤੁਸੀਂ ਉਹ ਜੌਬ ਛੱਡ ਕੇ ਬੀਜੇਪੀ ਨੂੰ ਹੀ ਕਿਉਂ ਚੁਣਿਆ? ਸਰਸਾ ਹੁਣ ਦੇਖੋ ਡਿਪਟੀ ਸੀਐਮ ਆਪਣੇ ਸਰਸੇ ਦੇ ਹੈਗੇ ਆ, ਜੇਲ੍ਹ ਤੇ ਬਿਜਲੀ ਮੰਤਰੀ ਉਹ ਵੀ ਸਰਸੇ ਇਲਾਕੇ ਦੇ ਵਿੱਚ ਆਉਂਦੇ ਆ, ਤੁਸੀਂ ਖੁਦ ਸਰਸੇ ਤੋਂ ਹੈਗੇ ਹੋ, ਬਹੁਤ ਵੱਡੇ ਵੱਡੇ ਚਿਹਰੇ ਹੈਗੇ ਆ ਸਰਸਾ ਦੀ। ਲੱਗਦਾ ਨਹੀਂ ਕਿ ਸਰਸਾ ਹਜੇ ਉਸ ਲੈਵਲ ਤੇ ਨਹੀਂ ਗਿਆ, ਸਰਸੇ ਦੇ ਵਿੱਚ ਇੰਡਸਟਰੀ ਇੰਨੀ ਨਹੀਂ ਆਈ ਜਿੰਨੀ ਆਉਣੀ ਚਾਹੀਦੀ ਸੀ? ਬਿਲਕੁਲ ਲੱਗਦਾ ਹੈ ਜੀ। ਓਟੂ ਹੈਡ ਜਿਹੜਾ ਬਣਿਆ ਹੋਇਆ, ਜਦੋਂ ਘੱਗਰ ਓਵਰਫਲੋ ਹੁੰਦੀ ਹੈ, ਫੁੱਲ ਘੱਗਰ ਨਦੀ ਵਗ ਰਹੀ ਹੈ, ਬਾਹਰਲੇ ਪਾਸੇ ਜਿਹੜੀ ਨਹਿਰ ਜਾ ਰਹੀ ਹੈ ਜੀ ਉਹ ਬਿਲਕੁਲ ਬੰਦ ਕਰ ਦਿੱਤੀ ਜਾਂਦੀ ਹੈ, 20 ਦਿਨ 25 ਦਿਨ ਵੀ ਉਹ ਬੰਦ ਰਹਿੰਦੀ ਹੈ। ਅੰਦਰਲੇ ਪਾਸੇ ਕਿਸਾਨਾਂ ਦੀਆਂ ਪੈਲੀਆਂ ਫਸਲ ਤਬਾਹ ਕਰ ਰਿਹਾ ਪਾਣੀ, ਬਾਹਰਲੇ ਪਾਸੇ ਜੀ ਸੋਕਾ ਪੈ ਰਿਹਾ। 75 ਸਾਲ ਹੋ ਗਏ ਜੀ, ਕੀ ਮਜਬੂਰੀ ਰਹੀ ਆ ਸਰਕਾਰ ਦੀ? ਇੱਕ ਕੋਈ ਭਾਖੜਾ ਦੇ ਸੈਂਪਲ ਨਹੀਂ ਬਣਿਆ ਜੀ ਭਾਖੜਾ। ਗਵਾਂਢ ਜਿਹੜਾ ਹੈਗਾ ਪੰਜਾਬ, ਉੱਥੇ ਇੱਕ ਨਵੀਂ ਸਰਕਾਰ ਜਿਹੜੀ ਹੈ, ਨਵੀਂ ਪਾਰਟੀ ਦੀ ਬਿਲਕੁਲ ਉਹਨੇ ਐਂਟਰੀ ਕੀਤੀ ਸੀ ਤੇ ਬਣ ਚੁੱਕੀ ਆਮ ਆਦਮੀ ਪਾਰਟੀ ਦੀ। ਤੇ ਸਰਸੇ ਤੋਂ ਜਿਹੜੇ ਐਮਪੀ ਤੋਂ ਪਹਿਲਾਂ ਸੀਗੇ ਅਸ਼ੋਕ ਤੰਵਰ ਸਾਹਿਬ, ਉਹ ਆਪ ਦੇ ਵਿੱਚ ਉਹਨਾਂ ਨੇ ਜੁਆਇਨਿੰਗ ਕਰ ਲਈ ਹੈ। ਤੁਹਾਨੂੰ ਲੱਗਦੀ ਹੈ ਚੁਣੌਤੀ ਦੇ ਦੇਣਗੇ? ਤੁਸੀਂ ਜੇ ਤੰਵਰ ਸਾਹਿਬ ਦੀ ਤੁਸੀਂ ਗੱਲ ਕਰੋ ਤੇ ਦੇਖੋ, ਪਹਿਲਾਂ ਕਾਂਗਰਸ ਪਾਰਟੀ 'ਚ ਸੀ, ਫਿਰ ਉਹਨਾਂ ਨੇ ਆਪਣੀ ਕੋਈ ਪਾਰਟੀ ਬਣਾਈ, ਫਿਰ ਉਹ ਤੋਂ ਬਾਅਦ ਫਿਰ ਉਹ ਜਿਹੜੀ ਕੋਈ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹਦੇ 'ਚ ਮਮਤਾ ਬਨਰਜੀ ਵਾਲੀ ਉਸ ਪਾਸੇ ਚਲੇ ਗਏ, ਹੈ ਨਾ, ਫਿਰ ਉਹ ਛੱਡ ਕੇ ਫਿਰ ਹੁਣ ਆਪ ਪਾਰਟੀ 'ਚ ਆ ਗਏ। ਤੁਹਾਡੀ ਸੋਚ ਕੀ ਹੈ? ਤੁਸੀਂ ਰਾਜਨੀਤੀ, ਤੁਹਾਡੀ ਮਹੱਤਵਾਕਾਂक्षा ਕੀ ਹੈ? ਤੁਸੀਂ ਰਾਜਨੀਤੀ ਕਿਸ ਵਾਸਤੇ ਕਰਨਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਹਮਦਰ ਟੀਵੀ। ਮੈਂ ਗੁਰਵਿੰਦਰ ਸਿੰਘ ਬਰਾੜ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੁਣ ਲੈ ਸਰਕਾਰੀ। ਇਸ ਪ੍ਰੋਗਰਾਮ ਦੇ ਵਿੱਚ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵੈਸੇ ਤਾਂ ਜਿਹੜੇ ਲੀਡਰ ਹੁੰਦੇ ਆ, ਰਵਾਇਤ ਹੁੰਦੀ ਹੈ ਕਿਤੇ ਕਿਤਾਈ ਭਾਰਤ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਇੱਕ ਪਰਿਵਾਰਵਾਦ ਹੀ ਹੁੰਦਾ ਵੀ ਪਹਿਲਾਂ ਚਲੋ ਫਾਦਰ ਸਾਹਿਬ, ਉਸ ਤੋਂ ਬਾਅਦ ਬੇਟੀ ਦੀ ਵਾਰੀ ਆਉਂਦੀ ਹੈ। ਇਹ ਵੀ ਇੱਕ ਰੀਤ ਜਿਹੜੀ ਹੈ ਚੱਲਦੀ ਰਹਿੰਦੀ ਹੈ। ਇੱਕ ਹੋਰ ਧਾਰਨਾ ਵੀ ਆਪਣੇ ਭਾਰਤ ਦੇ ਵਿੱਚ ਆਮ ਜਿਹੜੀ ਹੈ ਬਣੀ ਹੋਈ ਹੈ। ਉਹ ਧਾਰਨਾ ਕੀ ਹੈ ਕਿ ਜੇ ਕਿਸੇ ਦੀ ਗੌਰਮੈਂਟ ਜੌਬ ਲੱਗ ਜੇ ਤਾਂ ਉਦੋਂ ਬਾਅਦ ਇਹ ਸਮਝਿਆ ਜਾਂਦਾ ਕਿ ਉਹ ਬੰਦਾ ਬਿਲਕੁਲ ਸਰਕਾਰ ਦੇ ਘਰ ਪ੍ਰਾਹੁਣਾ ਹੈਗਾ ਤੇ ਸਾਰਾ ਕੁਝ ਉਹ ਸਰਕਾਰ ਨਹੀਂ ਉਹਦਾ ਕਰਨਾ ਹੈ। ਰਾਜਨੀਤੀ ਦੇ ਵਿੱਚ ਜਿਹੜੇ ਲੀਡਰ ਹੁੰਦੇ ਆ, ਹਾਂ ਠੀਕ ਹੈ, ਪੜ੍ਹੇ ਲਿਖੇ ਵੀ ਹੁੰਦੇ ਆ, ਪਰ ਜ਼ਿਆਦਾ ਜਿਹੜੇ ਹੈਗੇ ਆ ਉਹ ਪਰਿਵਾਰਵਾਦ ਦੇ ਕਾਰਨ ਆ ਜਾਂਦੇ ਆ, ਪੜ੍ਹਾਈ ਲਿਖਾਈ ਮੈਟਰ ਨਹੀਂ ਕਰਦੀ। ਪਰ ਜਿਹੜੇ ਅੱਜ ਅਸੀਂ ਲੀਡਰ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਕੀ ਤੁਸੀਂ ਮੰਨੋਗੇ ਕਿ ਬੰਦਾ 22 ਸਾਲ ਉਹਨੇ ਗੌਰਮੈਂਟ ਜੌਬ ਕੀਤੀ ਹੋਵੇ ਔਰ ਗੌਰਮੈਂਟ ਜੌਬ ਵੀ ਇਨਕਮ ਟੈਕਸ ਡਿਪਾਰਟਮੈਂਟ 'ਚ ਕੀਤੀ ਹੋਵੇ ਤੇ ਉਦੋਂ ਬਾਅਦ ਉਹ ਗੌਰਮੈਂਟ ਜੌਬ ਛੱਡ ਕੇ ਰਾਜਨੀਤੀ ਵਾਲੇ ਪਾਸੇ ਆ ਜੀ? ਇਹ ਕਿਹੋ ਜਿਹਾ ਬੰਦਾ ਹੈਗਾ, ਕਿਹੋ ਜਿਹੇ ਇਨਸਾਨ ਹੈਗੇ ਆ? ਬਿਲਕੁਲ ਸਰਸਾ ਤੋਂ ਐਮਪੀ ਹੈਗੇ ਆ ਸ਼੍ਰੀਮਤੀ ਸੁਨੀਤਾ ਦੁੱਗਲ ਜੀ, ਸਾਡੇ ਨਾਲ ਹੈ ਪ੍ਰੋਗਰਾਮ ਦੇ ਵਿੱਚ, ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਡਮ, ਸਾਰਾ ਆਪਾਂ ਗੱਲਬਾਤ ਕਰਾਂਗੇ। ਸਰਸੇ ਦਾ ਨਾਂ ਜਦੋਂ ਆਉਂਦਾ ਬਹੁਤ ਹੀ ਚਰਚਿਤ ਤੇ ਹੌਟ ਸੀਟ ਵੀ ਇਹ ਮੰਨੀ ਜਾਂਦੀ ਹੈ, ਸਾਰਿਆਂ ਦੀ ਅੱਖ ਹੁੰਦੀ ਹੈ। ਹੁਣੇ ਹੁਣੇ ਤੁਸੀਂ ਕੈਨੇਡਾ ਦਾ ਦੌਰਾ ਕਰਕੇ ਆਏ ਹੋ, ਉੱਥੇ ਤੁਸੀਂ ਖੁਦ ਐਮਪੀ ਹੋ, ਉੱਥੇ ਵੀ ਤੁਸੀਂ ਐਮਪੀ ਸੋਨੀਆ ਸਿੱਧੂ ਦੇ ਨਾਲ ਮਿਲੇ ਜੋ ਬਰੈਂਪਟਨ ਸਾਊਥ ਤੋਂ ਐਮਪੀ ਹੈਗੇ ਆ। ਕੀ ਕੁਛ ਨਵਾਂ ਉੱਥੇ ਜਾ ਕੇ ਦੇਖਿਆ ਤੁਸੀਂ ਜੋ ਇੱਥੋਂ ਨਾਲੋਂ ਅੱਡ ਹੈ ਤੇ ਦੁਬਾਰੇ ਹੁਣ ਆਪਣੇ ਐਮਪੀ ਦਾ ਜਿਹੜਾ ਕਾਰਜਕਾਲ ਰਹਿ ਗਿਆ ਉਹਦੇ 'ਚ ਤੁਸੀਂ ਕਰਨ ਦੀ ਕੋਸ਼ਿਸ਼ ਕਰੋਗੇ? ਵੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਭ ਨੂੰ ਸਤਿ ਸ੍ਰੀ ਅਕਾਲ ਕਹਿੰਦੀ ਹਾਂ। ਸਾਡੇ ਉੱਥੇ ਨਾ ਜਿਹੜਾ ਕੈਨੇਡਾ ਵਿੱਚ ਹੈਲੀਫੈਕਸ ਵਿੱਚ ਕਾਮਨਵੈਲਥ ਪਾਰਲੀਮੈਂਟ ਐਸੋਸੀਏਸ਼ਨ ਉਹਦੀ ਮੀਟਿੰਗ ਸੀ। ਅੱਛਾ, ਉਹ ਹੈਲੀਫੈਕਸ ਵਿੱਚ ਸੀ ਜੀ। ਤੇ ਉੱਥੇ ਸਾਰੇ ਜਿਹੜੇ ਕਾਮਨਵੈਲਥ ਦੇ ਕੰਟਰੀ ਨੇ ਉਹ ਉੱਥੇ ਆਏ ਹੋਏ ਸੀ ਜੀ। ਤੇ ਉੱਥੇ ਕੈਨੇਡਾ ਦੇ ਆਪਣੇ ਸੋਨੀਆ ਸਿੱਧੂ ਜੀ ਉਹ ਵੀ ਮੈਨੂੰ ਮਿਲੇ ਜੀ, ਤੇ ਸਾਡੀ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਬਰੈਂਪਟਨ ਆਓਗੇ ਤਾਂ ਤੁਸੀਂ ਮੇਰੇ ਕੋਲ ਜ਼ਰੂਰ ਆਉਣਾ ਹੈ। ਅੱਛਾ। ਤਾਂ
ਮੈਨੂੰ ਬਹੁਤ ਚੰਗਾ ਲੱਗਿਆ ਕਿ ਉੱਥੇ ਵੀ ਜਾ ਕੇ ਉਹਨਾਂ ਨੇ ਆਪਣੀ ਜਿਹੜੀ ਸੰਸਕਾਰ ਹੈ ਉਹਨਾਂ ਨੇ ਬਰਕਰਾਰ ਰੱਖੇ ਹੋਏ ਨੇ। ਅੱਛਾ ਜੀ। ਸਾਰੇ ਜਿੰਨੇ ਵੀ ਆਪਣੇ ਇੰਡੀਆ ਦੇ ਉੱਥੇ ਸੀ ਸਾਰਿਆਂ ਨੂੰ ਉਹਨਾਂ ਨੇ ਇਕੱਠਾ ਕੀਤਾ ਤੇ ਇੱਕ ਹੋਰ ਗੱਲ ਦੇਖੋ ਕਿ ਉੱਥੇ ਉਹਨਾਂ ਨੇ ਆਪਣੇ ਘਰ ਵਿੱਚ ਪ੍ਰਕਾਸ਼ ਕੀਤਾ ਹੋਇਆ ਸੀ। ਅੱਛਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਵੀ ਮੈਨੂੰ ਬਹੁਤ ਚੰਗਾ ਲੱਗਿਆ ਤੇ ਅਸੀਂ ਉੱਥੇ ਬੈਠ ਕੇ ਥੋੜਾ ਸ਼ਬਦ ਕੀਰਤਨ ਵੀ ਕੀਤਾ ਤੇ ਉਸ ਤੋਂ ਬਾਅਦ ਡਿਨਰ ਕੀਤਾ। ਬਹੁਤ ਹੀ ਮਜ਼ਾ ਆਇਆ। ਸਾਰੇ ਆਪਣੇ ਜਿਹੜੇ ਵੀ ਹਿੰਦੁਸਤਾਨ ਦੇ ਉੱਥੇ ਬੰਦੇ ਸੀ ਸਾਰੇ ਇਕੱਠੇ ਹੋਏ, ਆਪਣੇ ਹਿੰਦੁਸਤਾਨ ਦੀ ਵੀ ਗੱਲਾਂ ਬਾਤਾਂ ਹੋਈਆਂ, ਕੈਨੇਡਾ 'ਚ ਕੀ ਹੋ ਰਿਹਾ ਉਹਦੇ ਬਾਰੇ 'ਚ ਵੀ ਗੱਲਾਂ ਬਾਤਾਂ ਹੋਈਆਂ ਤੇ ਖਾਸ ਤੌਰ ਤੇ ਉਹਨਾਂ ਦੇ ਐਮਪੀ ਤੋਂ ਜਿਵੇਂ ਉਹ ਕੀ ਕਰਦੇ ਆ, ਉਧਰ ਦੇ ਕਿਵੇਂ ਕਿਸ ਤਰੀਕੇ ਦਾ ਸਾਰਾ ਕੁਝ ਹੈਗਾ। ਦੇਖੋ ਜੀ ਫਰਕ ਬਹੁਤ ਜ਼ਿਆਦਾ ਹੈ। ਅਸੀਂ ਇਹੋ ਗੱਲ ਕਰ ਰਹੇ ਸੀ, ਉਹ ਕਹਿ ਰਹੇ ਸੀ ਕਿ ਇੱਥੇ ਦੀ ਜਿਹੜੀ ਰਾਜਨੀਤੀ ਹੈ ਉਹ ਬਿਲਕੁਲ ਵੱਖਰਾ ਹੈ ਜਿਹੜੀ ਆਪਣੇ ਹਿੰਦੁਸਤਾਨ ਦੀ ਰਾਜਨੀਤੀ ਹੈ ਉਹ ਤੋਂ ਜੇ ਆਪਾਂ ਗੱਲ ਕਰੀਏ ਇੱਥੇ ਅਜੇ ਆਪਾਂ ਹੌਲੇ ਹੌਲੇ ਕੋਸ਼ਿਸ਼ ਕਰ ਰਹੇ ਹਾਂ ਵਿਕਾਸ ਦੇ ਰਾਸਤੇ 'ਚ ਅੱਗੇ ਵਧਣ ਦੀ। ਉੱਥੇ ਵਿਕਾਸ ਕਾਫੀ ਹੋ ਚੁੱਕਿਆ ਹੈ। ਅੱਛਾ ਜੀ। ਇਸ ਕਰਕੇ ਉੱਥੇ ਇਹੋ ਜਿਹੀ ਗੱਲਾਂ ਨਹੀਂ ਹੁੰਦੀਆਂ ਤੇ ਇੱਥੇ ਤਾਂ ਜੇ ਰਾਤ ਨੂੰ 12 ਵਜੇ ਵੀ 1 ਵਜੇ ਵੀ ਤੁਹਾਨੂੰ ਫੋਨ ਆ ਜਾਏਗਾ ਕਿ ਜੀ ਲਾਈਟ ਚਲੀ ਗਈ ਹੈ ਤਾਂ ਹੁਣ ਤੁਸੀਂ ਫੋਨ ਕਰੋ ਤੇ ਸਾਡੇ ਬੱਚਿਆਂ ਨੂੰ ਮੱਛਰ ਖਾ ਰਹੇ ਨੇ ਤੇ ਤੁਸੀਂ ਦੇਖੋ ਚਿੰਤਾ ਕਰੋ ਤੁਸੀਂ। ਤੇ ਉੱਥੇ ਇਹੋ ਜਿਹੀ ਗੱਲਾਂ ਨਹੀਂ ਹੁੰਦੀਆਂ। ਉਹ ਕਹਿ ਰਹੇ ਸੀ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਇਸ ਤਰ੍ਹਾਂ ਦੇ ਫੋਨ ਇੱਥੇ ਨਹੀਂ ਆਉਂਦੇ। ਅੱਛਾ ਜੀ। ਹੋਰ ਉਹ ਕਹਿ ਰਹੇ ਸੀ ਕਿ ਜਿਵੇਂ ਯੂਨੀਵਰਸਿਟੀ 'ਚ ਬੱਚੇ ਜਿਹੜੇ ਨੇ ਉਹਨਾਂ ਦੇ ਆਪਸ ਵਿੱਚ ਕੋਈ ਨਾ ਕੋਈ ਗੱਲ ਹੋ ਜੇ ਤਾਂ ਫਿਰ ਉਹ ਜਾ ਕੇ ਫਿਰ ਠੀਕ ਕਰਾਣੀ ਹੁੰਦੀ ਹੈ। ਸਮੱਸਿਆ ਤੇ ਉਹਨਾਂ ਦੀ ਵੀ ਐਮਪੀ ਹੈਗੀ ਹੈ। ਸਮੱਸਿਆ ਤਾਂ ਬਿਲਕੁਲ ਹੈ, ਐਮਪੀ ਨੇ ਉਹ ਲੋਕੀ ਦੇ ਜਿਹੜੇ ਨੇ ਹੁਣ ਐਕਸਪੈਕਟੇਸ਼ਨਸ ਵੀ ਬੜੀਆਂ ਨੇ। ਜੀ ਜੀ ਜੀ। ਯੂਥ ਦਾ ਪ੍ਰੋਗਰਾਮ ਉਹਨਾਂ ਨੇ ਰੱਖਿਆ ਹੋਇਆ ਸੀ। ਉੱਥੇ ਕਹਿੰਦੇ ਕਿ ਇੱਕ ਉੱਥੇ ਜਿਹੜਾ ਨੌਜਵਾਨ ਹੈ ਉਹ ਖੜਾ ਹੋ ਕੇ ਕਹਿ ਰਿਹਾ ਕਹਿੰਦਾ ਤੁਹਾਨੂੰ ਪਤਾ ਹੈ ਮੇਰੇ ਸਿਰ ਤੇ ਕਿਸੇ ਨੇ ਪਿਸਤੌਲ ਰੱਖਦੀ ਸੀ। ਅੱਛਾ ਜੀ। ਤੇ ਉਹਨਾਂ ਨੇ ਕਿਹਾ ਵੀ ਮੈਨੂੰ ਕੀ ਪਤਾ ਲੱਗੇਗਾ ਜਦੋਂ ਤੱਕ ਤੁਸੀਂ ਕਿਸੇ ਨੂੰ ਦੱਸੋਗੇ ਨਹੀਂ। ਤਾਂ ਇੰਨੀ ਜ਼ਿਆਦਾ ਐਕਸਪੈਕਟੇਸ਼ਨਸ ਵੱਧ ਗਈ ਨੇ ਕਿ ਉਹ ਕਹਿ ਰਹੇ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਸ ਨਾਮ ਦੇ ਤੁਸੀਂ ਐਮਪੀ ਹੋ। ਮੇਰੇ ਸਿਰ ਤੇ ਕਿਸੇ ਨੇ ਪਿਸਤੌਲ ਰੱਖਦੀ ਤਾਂ ਤੁਸੀਂ ਕੁਝ ਨਹੀਂ ਕਰ ਰਹੇ। ਉਹ ਕਹੇ ਜੇ ਪਿਸਤੌਲ ਰੱਖੀ ਆ ਕਿਸੇ ਨੇ ਤਾਂ ਤੁਸੀਂ ਪੁਲਿਸ 'ਚ ਵੀ ਕਹਿ ਸਕਦੇ ਹੋ, ਮੈਨੂੰ ਵੀ ਦੱਸ ਸਕਦੇ ਹੋ। ਜਦ ਤੱਕ ਤੁਸੀਂ ਨਹੀਂ ਦੱਸੋਗੇ ਮੈਨੂੰ ਕੀ ਪਤਾ ਲੱਗੇਗਾ। ਪਰ ਮੈਂ ਵੇਖ ਰਹੀ ਹਾਂ ਕਿ ਐਕਸਪੈਕਟੇਸ਼ਨ ਜਿਹੜੀ ਨਾ ਹੌਲੇ ਹੌਲੇ ਹੁਣ ਸਾਰਿਆਂ ਦੀ ਬਹੁਤ ਜ਼ਿਆਦਾ ਵੱਧ ਗਈ ਹੈ, ਚਾਹੇ ਉਹ ਕੈਨੇਡਾ ਹੋਏ ਚਾਹੇ ਇੰਡੀਆ ਹੋਏ। ਪਰ ਫਿਰ ਵੀ ਬਹੁਤ ਮਿਹਨਤ ਨਾਲ ਉੱਥੇ ਕੰਮ ਕਰ ਰਹੇ ਨੇ, ਸਾਡੇ ਭਾਰਤ ਨਾਮ ਦਾ ਨਾਂ ਰੋਸ਼ਨ ਕਰ ਰਹੇ ਨੇ। ਉਹਨਾਂ ਦੀ ਮਾਤਾ ਜੀ ਹੈ, ਉਹਨਾਂ ਦੇ ਨਾਲ ਵੀ ਮੇਰੀ ਬਹੁਤ ਗੱਲਬਾਤ ਹੋਈ। ਉਹਨਾਂ ਦੀ ਮਾਤਾ ਜੀ ਪਹੇਵਾ 'ਚ ਰਹੀ ਹੈ, ਹਿਸਾਰ 'ਚ ਰਹੀ ਹੈ, ਉਸ ਤੋਂ ਬਾਅਦ ਉਹ ਪੰਜਾਬ ਚਲੀ ਗਈ ਸੀ ਤੇ ਬਹੁਤ ਜ਼ਿਆਦਾ ਮਾਹੌਲ ਉੱਥੇ ਮੈਨੂੰ ਆਪਣਾਪਨ ਬਹੁਤ ਜ਼ਿਆਦਾ ਲੱਗਿਆ। ਕੁਝ ਨਵੀਂ ਚੀਜ਼ ਇੱਧਰੋਂ ਜੋ ਸਿੱਖ ਕੇ ਆਏ ਉੱਧਰੋਂ ਤੁਹਾਨੂੰ ਲੱਗਿਆ ਵੀ ਆ ਮੈਂ ਕਰ ਸਕਦੀ ਹਾਂ ਆਪਣੇ ਇੰਨਾ ਕਿ ਜਿਹੜਾ ਕਰ ਰਹਿ ਗਿਆ ਕੁਝ ਕਰੋਗੇ ਜੀ ਉਹਦੇ 'ਚ? ਦੇਖੋ ਜੀ ਬਹੁਤ ਜੀਆਂ ਇਹੋ ਜਿਹੀ ਚੀਜ਼ਾਂ ਨੇ ਜੋ ਆਪਾਂ ਇੱਥੇ ਕਰ ਸਕਦੇ ਹਾਂ। ਚਾਹੇ ਆਪਾਂ ਇਹਦੇ 'ਚ ਗੱਲ ਕਰੀਏ ਉੱਥੇ ਜਿਹੜਾ ਹੈਲਥ ਦਾ ਮੈਂ ਦੇਖਿਆ ਕਿ ਹੈਲਥ ਦੀ ਉੱਥੇ ਹਾਲਾਂਕਿ ਡਾਕਟਰਸ ਬਹੁਤ ਕਮੀ ਹੈ। ਜੀ ਜੀ ਬਿਲਕੁਲ। ਉਹ ਕਹਿ ਰਹੇ ਸੀ ਕਿ ਹਾਂ ਕਹਿੰਦੇ ਜੀ ਪੂਰੇ ਕੈਨੇਡਾ 'ਚ ਬਹੁਤ ਜ਼ਿਆਦਾ ਡਾਕਟਰਾਂ ਦੀ ਉੱਥੇ ਕਮੀ ਹੈ। ਤਾਂ ਇਹ ਮੈਂ ਦਿੱਕਤ ਵੀ ਵੇਖੀ ਹੈ ਕਿ ਜੀ ਉੱਥੇ ਜੇ ਤੁਹਾਨੂੰ ਬਹੁਤ ਜ਼ਿਆਦਾ ਇਹੋ ਜਿਹੀ ਕੋਈ ਪ੍ਰੋਬਲਮ ਹੋਏ ਕਿ ਤੁਹਾਡੇ ਬਿਲਕੁਲ ਜਾਨ ਤੇ ਹੀ ਬਣ ਜਾਏ ਤਾਂ ਉੱਥੇ ਤੁਹਾਨੂੰ ਹੈਲਪ ਮਿਲ ਜੇਗੀ ਮੈਡੀਕਲ ਦੀ। ਹਾਂ ਪਰ ਐਵੇਂ ਨਹੀਂ ਕਿ ਜੀ ਤੁਸੀਂ ਕੋਈ ਪਰੇਸ਼ਾਨੀ ਹੈ ਤੁਹਾਨੂੰ ਤਾਂ ਫਿਰ ਤਾਂ ਤੁਹਾਨੂੰ ਹੋ ਸਕਦਾ 6 ਮਹੀਨੇ ਦੀ ਵੀ, ਸਾਲ ਦੀ ਵੀ, 1.5 ਸਾਲ ਦੀ ਵੀ ਇੰਨੀ ਤੁਹਾਨੂੰ ਵੇਟਿੰਗ ਲਿਸਟ 'ਚੋਂ ਤੁਹਾਡਾ ਨਾਮ ਪਾ ਦੇਣ। ਤਾਂ ਮੈਨੂੰ ਲੱਗਦਾ ਕਿ ਇਹ ਉੱਥੇ ਨੈਗੇਟਿਵ ਥੋੜਾ ਜਿਹਾ ਮੈਨੂੰ ਵੀ ਲੱਗਿਆ। ਆਪਣੇ ਇੱਥੇ ਤਾਂ ਜਗ੍ਹਾ ਜਗ੍ਹਾ ਤੁਸੀਂ ਆਪਣੇ ਤਾਂ ਆਪਸ ਵਿੱਚ ਯਾਨੀ ਕਿ ਤੁਹਾਡਾ ਸਿਰ ਦਰਦ ਹੈ ਜੀ ਤੁਸੀਂ ਇਹ ਦਵਾਈ ਲੈ ਲਓ, ਤੁਸੀਂ ਇਹ ਦਵਾਈ ਲੈ ਲਓ। ਤਾਂ ਇਹ ਮੈਨੂੰ ਲੱਗਦਾ ਕਿ ਉੱਥੇ ਥੋੜਾ ਜਿਹਾ ਆਪਣੇ ਇੱਥੇ ਜਿਹੜਾ ਠੀਕ ਹੈ ਹਾਂ ਹੈਲਥ ਵਾਲੇ ਪਾਸੋਂ ਜਿਹੜਾ ਹੈ ਅੱਛਾ। ਬਾਕੀ ਐਜੂਕੇਸ਼ਨ ਦਾ ਬਹੁਤ ਅੱਛਾ ਹੈ। ਬੱਚੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਫ੍ਰੀ ਉੱਥੇ ਸਰਕਾਰੀ ਜਿਹੜਾ ਵੀ ਏਰੀਆ ਹੈ ਉੱਥੇ ਸਕੂਲ ਹੋਏਗਾ। ਸਰਕਾਰੀ ਸਕੂਲਾਂ 'ਚ ਵੀ ਬਹੁਤ ਅੱਛੀ ਪੜ੍ਹਾਈ ਹੈ ਤਾਂ ਬੱਚੇ ਬਹੁਤ ਅੱਛਾ ਉੱਥੇ ਪੜ੍ਹਦੇ ਨੇ। ਤਾਂ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਧਿਆਨ ਉੱਥੇ ਰੱਖਿਆ ਜਾਂਦਾ ਹੈ। ਇਹ ਚੀਜ਼ਾਂ ਆਪਾਂ ਸਿੱਖ ਸਕਦੇ ਹਾਂ। ਪਰ ਫਿਰ ਵੀ ਇਹ ਗੱਲ ਇਹ ਵੀ ਹੈ ਕਿ ਆਪਣੇ ਇੱਥੇ ਤਾਂ ਆਪਾਂ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਉਹਦੀ ਰਿਸਪੈਕਟ ਕਰਦੇ ਹਾਂ, ਆਪਣੇ ਘਰ 'ਚ ਰੱਖਦੇ ਨੇ। ਉੱਥੇ ਜਗ੍ਹਾ ਜਗ੍ਹਾ ਤੁਸੀਂ ਦੇਖੋਗੇ ਤਾਂ 올ਡ ਏਜ ਹੋਮ ਜਿਹੜੇ ਬਣੇ ਹੋਏ ਨੇ, ਜਿਹੜੇ ਬਜ਼ੁਰਗ ਨੇ ਉਹ ਆਪਣੇ ਉੱਥੇ ਜਾ ਕੇ ਰਹਿੰਦੇ ਨੇ। ਤਾਂ ਬਹੁਤ ਮਰਜ਼ੀ ਦੇ ਨਾਲ ਵੀ ਰਹਿੰਦੇ ਜੀ। ਹਾਂ ਮਰਜ਼ੀ ਦੇ ਨਾਲ ਵੀ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਤੁਹਾਡੀ ਕੰਪਨੀ ਇੱਥੇ ਹੋ ਜਾਏਗੀ, ਤੁਹਾਡੇ ਜਿਹੜੇ ਬੱਚੇ ਜਵਾਨ ਨੇ ਉਹ ਤਾਂ ਆਪਣੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਕਰ ਰਹੇ ਨੇ। ਤਾਂ ਬਹੁਤ ਚੀਜ਼ਾਂ ਇਹੋ ਜਿਹੀਆਂ ਨੇ ਕਿ ਜਿਹੜੀ ਇੱਥੋਂ ਉਹ ਲੋਕ ਸਿੱਖ ਸਕਦੇ ਨੇ ਤੇ ਉੱਥੋਂ ਆਪਾਂ ਸਿੱਖ ਸਕਦੇ ਨੇ ਅਤੇ ਮਿਊਚੁਅਲ ਜਿਹੜੀ ਹੈ ਨਾ ਆਪਸ ਵਿੱਚ ਜਿਹੜੀ ਹੈ ਆਪਾਂ ਐਕਸਚੇਂਜ ਕਰਨੀ ਚਾਹੀਦੀ ਹੈ। ਇੱਕ ਨਵੀਂ ਤਸਵੀਰ ਉੱਥੇ ਹੋਰ ਤੁਸੀਂ ਕੈਨੇਡਾ ਜਾ ਕੇ ਬਣਾਤੀ। ਵੈਸੇ ਜਿਹੜੇ ਲੀਡਰ ਹੁੰਦੇ ਆ ਜੀ ਇਹ ਤਾਂ ਅਕਸਰ ਆਪਾਂ ਦੇਖਦੇ ਹਾਂ, ਦੇਖੋ ਭਾਸ਼ਣਾਂ ਦੇ ਵਿੱਚ ਕਦੇ ਕਦੇ ਗੱਲਾਂ ਕਰਦੇ ਆ, ਵਾਅਦੇ ਵੱਡੇ ਵੱਡੇ ਲੰਮੀਆਂ ਗੱਲਾਂ ਕਰ ਜਾਂਦੇ ਆ, ਝੂਠ ਦੇ ਆਲੇ ਦੁਆਲੇ ਵੀ ਕਈ ਰਹਿੰਦੇ ਆ। ਪਰ ਲੀਡਰ ਦਾ
ਗੁਰਬਾਣੀ ਦੇ ਨਾਲ ਜੁੜਿਆ ਹੋਣਾ। ਤੁਸੀਂ ਐਮਪੀ ਹੋ ਔਰ ਗੁਰਬਾਣੀ ਦਾ ਜਿਹੜਾ ਸ਼ਬਦ ਉਚਾਰਨ ਕੀਤਾ, ਦਰਸ਼ਕਾਂ ਦੇ ਨਾਲ ਵੀ ਆਪਾਂ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਟੀਵੀ ਸਕਰੀਨ ਤੇ ਦਿਖਾ ਰਹੇ ਹੋ। ਇਹ ਤੁਸੀਂ ਦੇਖੋ, ਇੱਕ ਤਾਂ ਹੁੰਦਾ ਹੈ ਕਿ ਰੱਟ ਕੇ ਗੱਲ ਕਹਿ ਸਕਦੇ ਆ, ਭਾਸ਼ਣ ਕਹਿ ਸਕਦੇ ਆ, ਪਰ ਗੁਰਬਾਣੀ ਇਸ ਤਰੀਕੇ ਦੇ ਨਾਲ ਰੱਟ ਕੇ ਨਹੀਂ ਉਚਾਰੀ ਜਾਂਦੀ। ਐਮਪੀ ਸੁਨੀਤਾ ਦੁੱਗਲ ਜੀ ਨੂੰ ਇੰਨਾ ਕਿੰਨਾ ਕੁ ਟਾਈਮ ਮਿਲ ਜਾਂਦਾ ਹੈ? ਗੁਰਬਾਣੀ ਦਾ ਟਾਈਮ ਤੁਸੀਂ ਕਿਦੋਂ ਕੱਢਦੇ ਹੋ? ਕਿੰਨੇ ਕੁ ਟਾਈਮ ਤੋਂ ਇੱਧਰ ਜੁੜੇ ਹੋਏ ਹੋ ਜੀ? ਜੀ ਦੇਖੋ, ਐਸਾ ਹੈ, ਮੈਨੂੰ ਲੱਗਦਾ ਹੈ ਕਿ ਜਿਹੜੇ ਖਾਸ ਕਰ ਰਾਜਨੀਤੀ ਜਿਹੜੇ ਵੀ ਨੇ ਨਾ ਜੀ, ਉਹਨਾਂ ਨੂੰ ਜਿਹੜੇ ਵੀ ਸਾਡੇ ਗੁਰੂ ਮਹਾਰਾਜ ਜੀ ਨੇ ਜੋ ਵੀ ਗੱਲਾਂ ਕਹੀਆਂ ਨੇ ਜੀ, ਉਹ ਪਹਿਲਾਂ ਆਪ ਉਹਨੂੰ ਪਾਲਨ ਕਰਨ ਤੇ ਉਸ ਤੋਂ ਬਾਅਦ ਜਿਹੜੀ ਜਨਤਾ ਹੈ ਉਹਨਾਂ ਨੂੰ ਵੀ ਦੱਸਣ ਕਿ ਕਿਵੇਂ ਆਪਾਂ ਉਹਨਾਂ ਦੀ ਗੁਰਬਾਣੀ ਜਿਹੜੀ ਹੈ ਉਹਨੂੰ ਆਪਾਂ ਫੋਲੋ ਕਰ ਸਕਦੇ ਹਾਂ। ਕਿਉਂਕਿ ਇੰਨੇ ਵੱਡੇ ਵੱਡੇ ਗੁਰੂ ਜਿਹੜੇ ਸਾਡੇ ਹੋਏ ਨੇ ਹਿੰਦੁਸਤਾਨ ਵਿੱਚ, ਉਹਨਾਂ ਨੇ ਜੋ ਕੁਝ ਵੀ ਕਿਹਾ ਹੈ ਉਹ ਜਨਤਾ ਦੀ ਭਲਾਈ ਵਾਸਤੇ ਕਿਹਾ। ਇਸ ਕਰਕੇ ਮੇਰਾ ਬਹੁਤ ਜ਼ਿਆਦਾ ਸ਼ੌਕ ਹੈ ਤੇ ਮੈਂ ਬਹੁਤ ਜ਼ਿਆਦਾ ਜੁੜੀ ਹੋਈ ਹਾਂ। ਮੇਰੀ ਜਦੋਂ ਮੈਂ ਗੱਡੀ 'ਚ ਹੁੰਦੀ ਹਾਂ ਤਾਂ ਮੇਰੀ ਗੱਡੀ 'ਚ ਵੀ ਬਹੁਤ ਜ਼ਿਆਦਾ ਵਾਰ ਗੁਰਬਾਣੀ ਚੱਲਦੀ ਰਹਿੰਦੀ ਹੈ। ਉਹ ਸੁਣ ਕੇ ਵੀ ਮੈਨੂੰ ਆਪੇ ਜਿਹੜਾ ਹੈ ਉਹ ਫਿਰ ਯਾਦ ਹੋ ਗਿਆ। ਇਸ ਕਰਕੇ ਤਾਂ ਮੇਰਾ ਜਦੋਂ ਵੀ ਮੈਨੂੰ ਦਿਲ ਕਰਦਾ ਹੈ, ਉੱਥੇ ਮੈਂ ਵੇਖਿਆ ਕਿ ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਹਨਾਂ ਦੇ ਘਰ ਹੋਇਆ ਤੇ ਆਪਾਂ ਜਾ ਕੇ ਉੱਥੇ ਮੱਥਾ ਟੇਕਿਆ ਤੇ ਆਪਾਂ ਸਾਰੇ ਜਣੇ ਉੱਥੇ ਬਹਿ ਕੇ ਥੋੜੀ ਦੇਰ ਸ਼ਬਦ ਕੀਰਤਨ ਕੀਤਾ ਤਾਂ ਸਾਰੇ ਜਣੇ ਬਹੁਤ ਜ਼ਿਆਦਾ ਖੁਸ਼ ਹੋਏ। ਤਾਂ ਮੇਰੇ ਵੀ ਦਿਲ ਦੇ ਬੜਾ ਕਰੀਬ ਹੈ ਗੁਰਬਾਣੀ ਜਿਹੜੀ ਹੈ। ਤਾਂ ਜਦੋਂ ਵੀ ਮੈਨੂੰ ਮੌਕਾ ਲੱਗਦਾ ਹੈ ਤਾਂ ਮੈਂ ਸੁਣਦੀ ਹਾਂ, ਤਾਂ ਉਸ ਤੋਂ ਬਾਅਦ ਜਦੋਂ ਮੈਨੂੰ ਮੌਕਾ ਲੱਗਦਾ ਤਾਂ ਮੈਂ ਖੁਦ ਵੀ ਕੀਰਤਨ ਕਰਦੀ ਹਾਂ। ਚਲੋ, ਬਹੁਤ ਵਧੀਆ ਗੱਲ ਹੈ ਜੀ। ਹੁਣ ਆਪਾਂ ਆਉਣੇ ਆ ਜੀ ਇੱਧਰਲੇ ਪਾਸੇ, ਆਪਣੀ ਮੇਨ ਸਰਸੇ ਵਾਲੇ ਪਾਸੇ ਹਰਿਆਣੇ ਦੇ ਵਿੱਚ। ਖਾਸ ਤੌਰ ਤੇ ਮੈਡਮ, ਜਿਵੇਂ ਅਸੀਂ ਸ਼ੁਰੂ ਦੇ ਵਿੱਚ ਹੀ ਦੱਸਿਆ, 20-22 ਸਾਲ ਤੁਸੀਂ ਨੌਕਰੀ ਕੀਤੀ ਹੈ, ਬਹੁਤ ਵੱਡੀ ਜੌਬ ਸੀ, ਬਹੁਤ ਵੱਡਾ ਅਹੁਦਾ ਸੀ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ। ਤੇ ਇਹੋ ਜੀ ਜੌਬ ਵਾਸਤੇ ਉਦੋਂ ਬਾਅਦ ਜਿਵੇਂ ਅਕਸਰ ਧਾਰਨਾ ਬਣੀ ਹੈ ਕਿ ਹੁਣ ਤਾਂ ਸਾਰਾ ਕੁਝ ਸਰਕਾਰ ਨੇ ਹੀ ਕਰਨਾ ਤੇ ਆਪਾਂ ਤਾਂ ਪ੍ਰਾਹੁਣੇ ਆ, ਫਿਰ ਵੀ ਤੁਸੀਂ ਉਹ ਜੌਬ ਛੱਡ ਕੇ ਰਾਜਨੀਤੀ ਵਾਲੇ ਪਾਸੇ ਆਏ ਆ। ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀਗਾ ਕਿ ਯਾਰ ਇਦੋਂ ਵੱਡਾ ਕੁਝ ਮੈਂ ਉੱਧਰ ਕਰਨਾ ਹੈ। ਬੀਜੇਪੀ ਦੇ ਨਾਲ ਕਿਵੇਂ ਤੁਹਾਡਾ ਟੱਚ 'ਚ ਆਏ? ਸਭ ਤੋਂ ਪਹਿਲਾਂ ਕਿਹੜਾ ਲੀਡਰ ਸੀ? ਵੀ ਤੁਸੀਂ ਸਭ ਤੋਂ ਪਹਿਲਾਂ ਤਾਂ ਬੀਜੇਪੀ ਨੂੰ ਹੀ ਕਿਉਂ ਚੁਣਿਆ? ਕਾਂਗਰਸ ਵੀ ਬਹੁਤ ਵੱਡੀ ਪਾਰਟੀ ਸੀ ਉਸ ਟਾਈਮ ਦੇ ਵਿੱਚ। ਤਾਂ ਵੇਖੋ, ਜਿਹੜੇ ਆਪਣੇ ਪ੍ਰਧਾਨ ਮੰਤਰੀ ਜੀ ਨੇ ਮਾਨਯੋਗ, ਉਹਨਾਂ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਜੀ। ਤੇ ਉਹਨਾਂ ਦੇ ਕਰਕੇ ਉਹਨਾਂ ਨੇ ਵੀ ਅਜਿਹਾ ਮੈਨੂੰ ਅਪਰੋਚ ਕੀਤਾ ਕਿ ਜੇ ਤੁਸੀਂ ਨੌਕਰੀ ਛੱਡ ਕੇ ਰਾਜਨੀਤੀ 'ਚ ਆਉਂਦੇ ਹੋ ਤਾਂ ਬੀਜੇਪੀ ਤੁਹਾਡਾ ਸਵਾਗਤ ਕਰਦੀ ਹੈ। ਤਾਂ ਮੈਨੂੰ ਲੱਗਿਆ ਕਿ ਮੇਰੀ ਜਿਹੜੀ ਵਿਚਾਰਧਾਰਾ ਹੈ ਉਹ ਬੀਜੇਪੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ। ਤਾਂ ਇਸ ਕਰਕੇ ਜਦੋਂ ਮੈਂ ਵੇਖਿਆ ਕਿ ਮਾਨਨੀय ਪ੍ਰਧਾਨ ਮੰਤਰੀ ਜੀ ਜੇ ਉਹਨਾਂ ਨੇ ਕਿਹਾ ਕਿ ਤੁਸੀਂ ਰਾਜਨੀਤੀ 'ਚ ਆਓ ਤੇ ਉਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤਾ ਤੇ ਪੂਰੀ ਬੀਜੇਪੀ ਪਾਰਟੀ ਨੇ ਮੈਨੂੰ ਸਪੋਰਟ ਕੀਤਾ, ਤਾਂ ਮੈਂ ਫਿਰ ਬੀਜੇਪੀ ਪਾਰਟੀ ਜੁਆਇਨ ਕੀਤੀ। ਤਾਂ 2014 'ਚ ਮੈਂ ਜੁਆਇਨ ਕੀਤੀ ਸੀ। ਤੁਸੀਂ ਜੌਬ ਪੂਰੀ ਕਰ ਲਈ ਸੀ ਜਾਂ ਨਹੀਂ? ਅਜੇ ਤਾਂ ਮੇਰੀ ਕਮ ਤੋਂ ਕਮ ਵੀ ਤੁਸੀਂ ਮੰਨ ਲਓ ਦੇ 14 ਤੇ 15 ਸਾਲ ਦੀ ਬਾਕੀ ਸੀ ਨੌਕਰੀ। ਜੀ ਅੱਛਾ, ਰਿਜ਼ਾਈਨ ਦੇ ਕੇ ਤੇ ਫਿਰ ਤੁਸੀਂ ਇਧਰ ਰਾਜਨੀਤੀ ਵਾਲੇ ਪਾਸੇ? ਫਿਰ ਮੈਂ ਰਾਜਨੀਤੀ 'ਚ ਆਈ। ਮੈਨੂੰ ਲੱਗਦਾ ਕਿ ਬਈ ਜਿਹੜਾ ਆਪਣੇ ਕਿਹੜੀਆਂ ਚੀਜ਼ਾਂ ਰਹਿ ਗਈਆਂ ਸੀਗੀਆਂ ਜਿਹੜੀਆਂ ਤੁਹਾਨੂੰ ਰਾਜਨੀਤੀ 'ਚ ਖਿੱਚ ਕੇ ਲਿਆਈਆਂ? ਐਡੀ ਵੱਡੀ ਜੌਬ ਛੱਡ ਕੇ, ਉਹਦਾ ਛੱਡ ਕੇ, ਉਹ ਕਿਹੜੀਆਂ ਚੀਜ਼ਾਂ ਸੀ ਜਦੋਂ ਮਨ ਦੇ ਵਿੱਚ ਆਖਿਆ ਵੀ ਹੁਣ ਜੌਬ ਛੱਡੀ ਜਾਵੇ ਤੇ ਰਾਜਨੀਤੀ ਚੱਲੀਏ? ਦੇਖੋ ਜੀ, ਜਿਹੜੀ ਤੁਸੀਂ ਨੌਕਰੀ ਕਰਦੇ ਹੋ ਨਾ, ਉਹ ਤੁਸੀਂ ਮੈਕਸਿਮਮ ਜਿਹੜਾ ਹੈ, ਇਹ ਤਾਂ ਨਹੀਂ ਹੈ ਕਿ ਵੀ ਨੌਕਰੀ ਕਰਦੇ ਤਾਂ ਤੁਸੀਂ ਕੋਈ ਹੋਰ ਕੰਮ ਨਹੀਂ ਕਰ ਸਕਦੇ, ਪਰ ਫਿਰ ਵੀ ਮੈਕਸਿਮਮ ਜਿਹੜਾ ਹੈ ਉਹ ਤੁਸੀਂ ਆਪਣੇ ਵਾਸਤੇ ਕਰਦੇ ਹੋ, ਆਪਣੇ ਪਰਿਵਾਰ ਵਾਸਤੇ ਕਰਦੇ ਹੋ। ਬਟ ਰਾਜਨੀਤੀ ਜੇ ਤੁਸੀਂ ਚਾਹੋ ਨਾ ਤੇ ਤੁਸੀਂ ਬਹੁਤ ਕੁਝ ਦੂਜਿਆਂ ਵਾਸਤੇ ਵੀ ਕਰ ਸਕਦੇ ਹੋ। ਤਾਂ ਮੇਰੇ ਮਨ ਵਿੱਚ ਇਹ ਬੜਾ ਸੀ ਕਿ ਮੈਂ ਪਰਮਾਤਮਾ ਨੇ ਮੇਰੀ ਡਿਊਟੀ ਲਗਾਈ ਹੈ ਵੀ ਮੈਂ ਕੁਝ ਨਾ ਕੁਝ ਹੋਰਾਂ ਵਾਸਤੇ ਵੀ ਕਰ ਸਕਾਂ। ਇਸ ਕਰਕੇ ਜਿਹੜਾ ਹੈ ਮੈਂ ਰਾਜਨੀਤੀ 'ਚ ਆਈ ਹਾਂ। ਤਾਂ ਮੈਂ ਬੜੀ ਮੇਰੀ ਆਤਮ ਸੰਤੁਸ਼ਟੀ ਹੈ, ਸੋਲ ਸੈਟੀਸਫੈਕਸ਼ਨ ਹੈ। ਜਦੋਂ ਵੀ ਮੈਂ ਕਿਸੇ ਗਰੀਬ ਦਾ, ਕਿਸੇ ਵੀ ਬੰਦੇ ਦਾ ਕੋਈ ਵੀ ਮੈਂ ਕੰਮ ਥੋੜਾ ਜਿਹਾ ਵੀ ਕਰ ਸਕਦੀ ਹਾਂ ਤੇ ਉਹਦੇ ਚਿਹਰੇ 'ਚ ਮੈਂ ਖੁਸ਼ੀ ਵੇਖਦੀ ਹਾਂ ਤਾਂ ਮੇਰਾ ਮਨ ਬੜਾ ਖੁਸ਼ ਹੁੰਦਾ ਹੈ। ਤੁਸੀਂ ਵੇਖੋ, ਚਾਹੇ ਆਪਾਂ ਕੋਰੋਨਾ ਦੀ ਗੱਲ ਕਰੀਏ, ਕਿੰਨੇ ਬੱਚੇ ਆਪਣੇ ਬਾਹਰਲੇ ਦੇਸ਼ਾਂ 'ਚ ਫਸੇ ਹੋਏ ਸੀ। ਮੈਂ ਇੱਕ ਕਰਕੇ ਕਿਵੇਂ ਐਕਸਟਰਨਲ ਅਫੇਅਰ ਮਿਨਿਸਟਰੀ ਉੱਥੇ ਗੱਲ ਕਰਕੇ, ਬੱਚਿਆਂ ਤੋਂ ਗੱਲ ਕਰਕੇ, ਬੱਚਿਆਂ ਦੇ ਪੇਰੈਂਟਸ ਤੋਂ ਗੱਲ ਕਰਕੇ ਮੈਂ ਬੱਚਿਆਂ ਨੂੰ ਇੱਥੇ ਲੈ ਕੇ ਆਈ। ਐਵੇਂ ਹੀ ਆਪਣੇ ਜਿਹੜੀ ਯੂਕਰੇਨ ਵਾਲਾ ਯੁੱਧ ਹੋਇਆ ਸੀ, ਉਹਦੇ 'ਚ ਵੀ ਮੈਂ ਐਕਸਟਰਨਲ ਅਫੇਅਰ ਮਿਨਿਸਟਰੀ ਨਾਲ ਗੱਲ ਕਰਕੇ, ਬੱਚਿਆਂ ਨਾਲ ਗੱਲ ਕਰਕੇ, ਮੈਂ ਆਪ ਬੱਚਿਆਂ ਦੇ ਉਸ ਟਾਈਮ ਆਵਾਜ਼ਾਂ ਸੁਣੀਆਂ ਨੇ ਫੋਨ ਤੇ ਕਿ ਪਿੱਛੇ ਬੰਬ ਵੱਜ ਰਹੇ ਨੇ ਤੇ ਉਹ ਫੋਨ ਤੇ ਮੇਰੇ ਤੇ ਗੱਲ ਕਰ ਲੈਣੇ ਕਿ ਜੀ ਤੁਸੀਂ ਆਂਟੀ ਜੀ ਸਾਨੂੰ ਕਿਸੇ ਵੀ ਕਰਕੇ ਸਾਨੂੰ ਬਚਾ ਲਓ। ਓਕੇ, ਵੀ ਪੂਰੇ ਆਪਣੇ ਹਰਿਆਣੇ ਦੀ ਜਾਂ ਸਿਰਸਾ ਦੇ ਡਿਸਟ੍ਰਿਕਟ ਦੇ ਸੀਗੇ ਜੀ? ਕਿ ਪੂਰੇ ਹਿੰਦੁਸਤਾਨ ਦੀ ਜਿੱਥੋਂ ਵੀ ਉਹਨਾਂ ਨੇ ਅਪਰੋਚ ਕੀਤਾ, ਮੈਨੂੰ ਜਿਸਨੇ ਵੀ ਅਪਰੋਚ ਕੀਤਾ ਨਾ, ਮੈਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕੀਤੀ ਕਿ ਉਹਦੀ ਮੈਂ ਪੂਰੀ ਮਦਦ ਕਰ ਸਕਾਂ। ਤਾਂ ਇਸ ਕਰਕੇ ਇਹੋ ਜਿਹੀ ਜਿਹੜੀਆਂ ਗੱਲਾਂ ਨੇ ਨਾ, ਉਹ ਤੁਸੀਂ ਇੱਕ ਅਫਸਰ ਰਹਿ ਕੇ ਨਹੀਂ ਕਰ ਸਕਦੇ।
ਮੈਂ ਕਿਉਂਕਿ ਰਾਜਨੀਤੀ ਸੀ, ਦਾਇਰਾ ਛੋਟਾ ਹੁੰਦਾ ਥੋੜਾ ਜਿਹਾ ਹਾਂ, ਇਸ ਕਰਕੇ ਦਾਇਰਾ ਇਹਦਾ ਬਹੁਤ ਜ਼ਿਆਦਾ ਬੜਾ ਹੁੰਦਾ ਤੇ ਤੁਸੀਂ ਜੇ ਤੁਸੀਂ ਚਾਹੋ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਤਾਂ ਮੇਰੀ ਇਹ ਕੋਸ਼ਿਸ਼ ਸੀ ਤਾਂ ਮੈਂ ਕੀਤਾ ਵੀ ਸਹੀ। ਤਾਂ ਹੋਰ ਵੀ ਜੋ ਵੀ ਕੋਈ ਮੇਰੇ ਕੋਲ ਆਂਦਾ ਤੇ ਮੈਨੂੰ ਲੱਗਦਾ ਕਿ ਮੈਂ ਉਹਦੀ ਮਦਦ ਕਰ ਸਕਦੀ ਹਾਂ, ਮੈਂ ਆਪਣੀ ਤਰਫੋਂ 100% ਕੋਸ਼ਿਸ਼ ਕਰਦੀ ਹਾਂ। ਅੱਗੇ ਉਹਦੇ ਕਿਸਮਤ ਜਾਂ ਉਹਦੇ ਕਰਮ, ਉਹਦੇ ਭਾਗ ਵੀ ਹੁੰਦੇ ਨੇ, ਕੋਈ ਕੰਮ ਹੁੰਦੇ ਨੇ, ਕੋਈ ਕੰਮ ਨਹੀਂ ਵੀ ਹੁੰਦੇ, ਪਰ ਜਿਹੜਾ ਆਪਣਾ ਪਬਲਿਕ ਇੰਟਰਸਟ ਦਾ ਜਿਹੜਾ ਵੀ ਕੰਮ ਹੁੰਦਾ ਉਹ ਮੈਂ 100% ਕਰਨ ਦੀ ਕੋਸ਼ਿਸ਼ ਕਰਦੀ ਹਾਂ। ਤੁਸੀਂ ਰੇਲਵੇ ਦੀ ਦੇਖੋ, ਸਿਰਸਾ 'ਚ ਜਿੰਨਾ ਰੇਲਵੇ ਦਾ ਹੁਣ ਹੋਇਆ ਹੈ, ਮੈਨੂੰ ਨਹੀਂ ਲੱਗਦਾ ਕਿ ਅੱਜ ਤੋਂ ਪਹਿਲਾਂ ਕਦੇ ਵੀ ਕਿਸੇ ਹੋਰ ਨੇ ਇੰਨੀ ਕੋਸ਼ਿਸ਼ ਕੀਤੀ ਹੋਏ ਜਾਂ ਕਿਸੇ ਨੇ ਵੀ ਸੰਸਦ ਵਿੱਚ ਇਸ ਤਰੀਕੇ ਦੀ ਕੋਈ ਗੱਲ ਉਠਾਈ ਹੋਏ। ਜੀ ਬਿਲਕੁਲ ਮੈਡਮ, ਜਿਹੜਾ ਆਪਣਾ ਸਿਰਸਾ ਸੀਟ ਹੈ ਤੁਹਾਡੀ ਐਮਪੀ ਹੈ ਜਿੱਥੋਂ ਦੇ ਤੁਸੀਂ, ਕਿਉਂਕਿ ਆਪਣਾ ਇਹ ਬਾਰਡਰ ਏਰੀਆ ਹੈਗਾ ਪੰਜਾਬ ਦੇ ਨਾਲ, ਸਰਦੂਲਗੜ੍ਹ ਮਾਨਸਾ ਪੰਜਾਬ ਦਾ ਸ਼ੁਰੂ ਹੋ ਜਾਂਦਾ ਹੈ, ਤੇ ਜੋ ਹੁਣ ਇਸ ਟਾਈਮ ਧਾਰਨਾ ਉੱਥੇ ਬਣੀ ਹੋਈ ਹੈ, ਸਭ ਤੋਂ ਮੇਨ ਤੇ ਗੰਦੀ ਬਿਮਾਰੀ ਜਿਹੜੀ ਨਸ਼ਾ ਫੈਲ ਚੁੱਕਿਆ ਜੀ, ਉਸ ਏਰੀਏ ਨੂੰ ਵੀ ਬਹੁਤ ਜ਼ਿਆਦਾ ਲੱਕੋਂ ਲਿਆ ਇਸ ਨੇ। ਈਵਨ ਕਿ ਜੇ ਆਪਾਂ ਪੂਰੇ ਬੈਲਟ ਦੀ ਹੁਣ ਗੱਲ ਕੀਤੀ ਜਾਵੇ ਤਾਂ ਕਿਵੇਂ ਦੇਖਦੇ ਹੋ ਕਿ ਇਹ ਖਾਸ ਤੌਰ ਤੇ ਇਹ ਪੰਜਾਬ 'ਚ ਜਿਹੜੀ ਵੀ ਉੱਧਰਲੇ ਜਿਵੇਂ ਬਠਿੰਡਾ ਮਾਨਸਾ 'ਚ ਕੋਈ ਗੱਲ ਹੁੰਦੀ ਹੈ, ਬਿਮਾਰੀ ਦੀ ਲਾ ਲਈਏ, ਗੈਂਗਸਟਰਵਾਦ ਦੀ ਲਾ ਲਈਏ, ਉਹ ਨਾਲ ਦੀ ਨਾਲ ਸਰਸੇ ਨਾਲ ਜੁੜਦੀ ਹੈ, ਕਿਵੇਂ ਦੇਖਦੇ ਹੋ, ਕਿਸ ਤਰੀਕੇ ਦੇ ਨਾਲ ਨਜਿੱਠ ਰਹੇ ਹੋ, ਕੀ ਤਿਆਰੀਆਂ ਜੀ ਇੱਥੇ? ਦੇਖੋ, ਬਾਰਡਰ ਦਾ ਸਾਨੂੰ ਨੁਕਸਾਨ ਤਾਂ ਹੈ ਜੀ, ਜਿਹੜਾ ਉੱਥੇ ਨਸ਼ੇ ਦਾ ਲੱਤ ਉੱਥੇ ਬੱਚਿਆਂ ਨੂੰ ਲੱਗੀ ਹੈ, ਉਹ ਨਸ਼ਾ ਸਾਡੇ ਏਰੀਆ 'ਚ ਵੀ, ਸਿਰਸਾ 'ਚ ਵੀ ਆ ਰਿਹਾ ਹੈ। ਤਾਂ ਮੇਰੀ ਬਹੁਤ ਜ਼ਿਆਦਾ ਕੰਸਰਨ ਹੈ, ਮੇਰੀ ਬਹੁਤ ਜ਼ਿਆਦਾ ਇੱਛਾ ਹੈ ਕਿ ਉੱਥੋਂ ਜਿਹੜੇ ਨਾ ਬੱਚੇ ਨਸ਼ਾ ਛੱਡਣ। ਇਸ ਕਰਕੇ ਮੈਂ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਚਾਹੇ ਕਿਸੇ ਕਾਲਜ 'ਚ, ਕਿਸੇ ਸਕੂਲ 'ਚ, ਕਿਸੇ ਯੂਨੀਵਰਸਿਟੀ 'ਚ, ਮੈਂ ਉਸੇ ਟਾਈਮ ਉੱਥੇ ਬੱਚਿਆਂ ਨੂੰ ਇੰਟਰੈਕਟ ਕਰਦੀ ਹਾਂ, ਬੱਚਿਆਂ ਨੂੰ ਇਸ ਬਾਰੇ 'ਚ ਦੱਸਦੀ ਹਾਂ, ਉਹਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਤੇ ਇਹਦੇ ਨਾਲ ਮੈਂ ਜਿਹੜੇ ਆਪਣੇ ਪੁਲਿਸ ਅਫਸਰ ਨੇ ਉਹਨਾਂ ਦੇ ਕੋਲ ਵੀ ਮੈਂ ਪੂਰਾ ਟੱਚ 'ਚ ਰਹਿੰਦੀ ਹਾਂ ਕਿ ਤੁਸੀਂ ਜਿਵੇਂ ਵੀ ਹੋ ਸਕੇ ਨਸ਼ੇ ਨੂੰ ਤੁਸੀਂ ਖਤਮ ਕਰਨ ਦੀ ਕੋਸ਼ਿਸ਼ ਕਰੋ, ਤੇ ਪੁਲਿਸ ਵੀ ਉੱਥੇ ਠੀਕ ਕੰਮ ਕਰ ਰਹੀ ਹੈ। ਹੁਣ ਪਿਛਲੇ ਦਿਨੋਂ ਹੀ ਮੇਰੀ ਮੁਲਾਕਾਤ ਹੋਈ ਥੀ, ਜਿਹੜੀ ਆਪਣੇ ਆਦਰਣੀय ਅਮਿਤ ਸ਼ਾਹ ਜੀ ਨੇ, ਗ੍ਰਹਿ ਮੰਤਰੀ ਜੀ, ਉਹਨਾਂ ਦੇ ਨਾਲ ਮੇਰੀ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਚਿੰਤਾ ਨਾ ਕਰੋ, ਮੇਰੀ ਪੂਰੀ ਕੰਸਰਨ ਹੈ ਜੇ ਪੂਰਾ ਹਿੰਦੁਸਤਾਨ ਜਿਹੜੇ 120 ਤੋਂ ਜ਼ਿਆਦਾ ਜਿਹੜੇ ਡਿਸਟ੍ਰਿਕਟ ਨੇ ਉਹ ਨਸ਼ੇ ਦੀ ਗਿਰਫਤ ਨੇ ਆਪਣੀ ਸਰਕਾਰ ਨੇ ਚਿੰਨ੍ਹਿਤ ਕੀਤੇ ਨੇ, ਤੇ ਸਾਡੇ ਆਪਣੇ ਹਰਿਆਣਾ 'ਚ 10 ਜ਼ਿਲ੍ਹੇ ਨੇ। ਤਾਂ ਆਪਣਾ ਆਪਾਂ ਕਹਿ ਸਕਦੇ ਹਾਂ ਕਿ ਵੀ ਜਿਹੜਾ ਫਤਿਹਬਾਦ ਤੇ ਸਿਰਸਾ ਦੋਨੇ ਹੀ ਜ਼ਿਲ੍ਹੇ ਐਸੇ ਚਾਹੁੰਦੇ ਨੇ। ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਸੀ, ਤਾਂ ਦੇਖੋ ਤੁਰੰਤ ਬਾਅਦ ਉਹਨਾਂ ਨੇ ਚੰਡੀਗੜ੍ਹ 'ਚ ਇੱਕ ਬਹੁਤ ਵੱਡੀ ਜਿਹੜੀ ਇੱਥੇ ਕਾਨਫਰੰਸ 2 ਦਿਨ ਦੀ ਰੱਖੀ। ਉੱਥੇ ਸਾਰੇ ਜਿਹੜੇ ਆਪਣੇ ਬਾਰਡਰ ਏਰੀਆ ਦੇ ਜਿਹੜੇ ਅਫਸਰ ਨੇ ਤੇ ਜਿਹੜੇ ਡੀਜੀਪੀ ਨੇ, ਜਿਹੜੇ ਮੁੱਖ ਮੰਤਰੀ ਨੇ, ਸਾਰਿਆਂ ਨੂੰ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਉਹਨਾਂ ਨੇ ਜਿਹੜਾ ਆਪਣਾ ਨਾਰਕੋਟਿਕ ਬਿਊਰੋ ਹੈ ਉਹਨੂੰ ਹੋਰ ਜ਼ਿਆਦਾ ਸਖਤ ਕਰਨ ਦੀ ਉਹਨਾਂ ਨੂੰ ਸਾਰਿਆਂ ਨੂੰ ਨਿਰਦੇਸ਼ ਦਿੱਤੇ ਨੇ। ਤਾਂ ਮੈਨੂੰ ਉਮੀਦ ਹੈ ਕਿ ਹੌਲੇ ਜਿਹੜੇ ਹਨ ਆਉਣ ਵਾਲੇ ਟਾਈਮ ਵਿੱਚ ਜਿਹੜਾ ਹੈ ਆਪਾਂ ਬਹੁਤ ਕੁਝ ਕੰਟਰੋਲ ਕਰ ਸਕਾਂਗੇ। ਤੇ ਮੈਨੇ ਤੁਹਾਡੇ ਮਾਧਿਅਮ ਤੇ ਮੈਂ ਬੱਚਿਆਂ ਨੂੰ ਵੀ ਰਿਕੁਐਸਟ ਕਰਦੀ ਹਾਂ ਕਿ ਬੱਚੇ ਵੀ ਜਿਹੜੇ ਨੇ ਉਹ ਅਵੇਅਰ ਹੋਣ, ਇਹ ਕੋਸ਼ਿਸ਼ ਕਰਨ ਕਿ ਨਸ਼ੇ ਤੋਂ ਦੂਰ ਰਹਿਣ। ਜਿਹੜਾ ਪੀਅਰ ਪ੍ਰੈਸ਼ਰ ਹੈ, ਕਿਸੇ ਹੋਰ ਦੀ ਗੱਲ ਸੁਣ ਕੇ ਕਿਸੇ ਹੋਰ ਦੇ ਪ੍ਰੈਸ਼ਰ ਵਿੱਚ ਆ ਕੇ ਨਸ਼ਿਆਂ 'ਚ ਨਾ ਜਾਣ, ਤੁਹਾਡੇ ਮਾਧਿਅਮ ਤੋਂ ਮੇਰੀ ਵੀ ਬੱਚਿਆਂ ਨੂੰ ਰਿਕੁਐਸਟ। ਇੱਕ ਮਹਿਕਮਾ ਮੈਡਮ ਇਹਦੇ ਵਿੱਚ ਨਸ਼ੇ ਨੂੰ ਰੋਕਣ ਵਾਸਤੇ ਸਭ ਤੋਂ ਜਿਹੜਾ ਸਖਤੀ ਦੇ ਨਾਲ ਜੋ ਨਜਿੱਠੇ ਉਹ ਪੁਲਿਸ ਮਹਿਕਮਾ ਜੀ। ਜੇ ਪੁਲਿਸ ਸਖਤਾਈ ਕਰਦੇ ਤੇ ਨਸ਼ਾ ਨਹੀਂ ਵਿਕ ਸਕਦਾਗਾ, ਨਾ ਹੀ ਉਹਨਾਂ ਦੀ ਸ਼ਹਿ ਤੋਂ, ਹਾਲਾਂਕਿ ਪਤਾ ਵੀ ਸਾਰਾ ਕੁਝ ਹੀ ਹੁੰਦਾ ਹੈਗਾ ਜੀ, ਪਰ ਫਿਰ ਵੀ ਕਿਤੇ ਨਾ ਕਿਤੇ ਛੋਟੀਆਂ ਮੱਛੀਆਂ ਫੜੀਆਂ ਜਾਂਦੀਆਂ ਜੀ, ਵੱਡੇ ਮਗਰਮੱਛ ਵੱਜ ਜਾਂਦੇ ਆ, ਜਾਂ ਉਹਨਾਂ ਨੂੰ ਹੱਥ ਨਹੀਂ ਪਾਇਆ ਜਾਂਦਾ, ਜਾਂ ਉਹਨਾਂ ਦੇ ਪਿੱਛੇ ਥਾਪੜਾ ਹੀ ਬਹੁਤ ਵੱਡਾ ਹੁੰਦਾ ਹੈ। ਮੰਨਦੇ ਹੋ ਜੀ ਇਸ ਚੀਜ਼ ਨੂੰ? ਨਹੀਂ, ਇਹੋ ਜਿਹੀ ਗੱਲ ਨਹੀਂ ਹੈ। ਦੇਖੋ ਤੁਸੀਂ ਵੇਖੋ ਤਾਂ ਨਾ, ਪੂਰੇ ਹਰਿਆਣਾ 'ਚ ਮੈਨੂੰ ਲੱਗਦਾ ਕਿ ਕਿਤੇ ਕਮ ਸੋ ਕਮ ਵੀ 10 ਕੁਇੰਟਲ ਫੜਿਆ ਜਾ ਰਿਹਾ ਹੈ, ਕਿਸੇ 30 ਕੁਇੰਟਲ ਗਾਂਜਾ ਫੜਿਆ ਜਾ ਰਿਹਾ ਹੈ, ਤੇ ਬਹੁਤ ਜ਼ਿਆਦਾ ਤਾਦਾਦ ਵਿੱਚ ਤੁਸੀਂ ਵੇਖੋ, ਜੇ ਪਿਛਲੇ ਆંકੜੇ ਤੁਸੀਂ ਵੇਖੋ ਤੇ ਹੁਣ ਦੇਖੋ ਤੇ ਬਹੁਤ ਜ਼ਿਆਦਾ ਫਰਕ ਤੁਹਾਨੂੰ ਲੱਗੇਗਾ। ਬਹੁਤ ਜ਼ਿਆਦਾ ਨਸ਼ਾ ਜਿਹੜਾ ਹੈ ਨਾ ਹੁਣ ਫੜਿਆ ਜਾ ਰਿਹਾ ਹੈ। ਤਾਂ ਪਿਛਲੇ ਦਿਨੋਂ ਕੁਰਸ਼ੇਤਰ ਵਿੱਚ ਵੀ ਤੁਸੀਂ ਦੇਖਣਾ ਕਿ ਉੱਥੇ ਵੀ ਕਮ ਤੋਂ ਕਮ ਵੀ ਮੈਨੂੰ ਲੱਗਦਾ ਹੈ ਕਿ 10 ਕਰੋੜ ਜਾਂ 20 ਕਰੋੜ ਦੇ ਕਰੀਬ ਜਿਹੜੀ ਹੈ ਉਹ ਕਿਸੇ ਇਹੋ ਜਿਹੇ ਬੰਦੇ ਦੀ ਜਿਹੜਾ ਨਸ਼ੇ 'ਚ ਸੀ ਉਹਦੀ ਜਿਹੜੀ ਸੰਪਤੀ ਹੈ ਉਹ ਕੁਰਕ ਹੋਈ ਸੀ। ਹਾਂ, ਤਾਂ ਐਵੇਂ ਜਿਹੜੇ ਐਗਜ਼ਾਮਪਲ ਨੇ ਨਾ, ਤੇ ਉਹ ਕਰਕੇ ਫਿਰ ਮੈਨੂੰ ਲੱਗਦਾ ਕਿ ਮੈਸੇਜ ਜਾ ਸਕਦਾ ਹੈ ਕਿ ਜੇ ਤੁਸੀਂ ਨਸ਼ੇ 'ਚ ਜਾਓਗੇ ਤਾਂ ਤੁਹਾਡੀ ਸੰਪਤੀ ਕੁਰਕ ਹੋ ਸਕਦੀ ਹੈ, ਤੁਹਾਡੀ ਸਾਰੀ ਜਿਹੜੀ ਹੈ ਐਸੈਟਸ ਜਿਹੜੇ ਨੇ ਉਹ ਸੀਜ਼ ਹੋ ਸਕਦੇ ਨੇ। ਤਾਂ ਹੁਣ ਸਰਕਾਰ ਦੀ ਤਰਫੋਂ ਬਹੁਤ ਜ਼ਿਆਦਾ ਕੋਸ਼ਿਸ਼ ਹੋ ਰਹੀ ਹੈ, ਤਾਂ ਹੋਰ ਵੀ ਜ਼ਿਆਦਾ ਹੋਏਗੀ। ਇਸ ਕਰਕੇ ਮੇਰੀ ਆਪਣੇ ਸਰਕਾਰ ਨੂੰ, ਮਾਨਯ ਮੁੱਖ ਮੰਤਰੀ ਜੀ ਦੇ ਨਾਲ ਮੇਰੀ ਬਾਰ-ਬਾਰ ਗੱਲ ਹੁੰਦੀ ਹੈ। ਆਪਾਂ ਅੱਜ ਵੀ ਚੰਡੀਗੜ੍ਹ 'ਚ ਬੈਠੇ ਹਾਂ, ਜਿਹੜੇ ਆਪਣੇ ਮੁੱਖ ਮੰਤਰੀ ਜੀ ਨਾਲ ਮੇਰੀ ਗੱਲ ਹੋਏਗੀ। ਸਾਡੇ ਆਪਣੇ ਅਨਿਲ ਵਿਜ ਜੀ ਜਿਹੜੇ ਹੋਮ ਮੰਤਰੀ ਨੇ, ਆਪਣੇ ਗ੍ਰਹਿ ਮੰਤਰੀ ਨੇ, ਉਹਨਾਂ ਦੇ ਨਾਲ ਵੀ ਮੇਰੀ ਗੱਲ ਹੋਏਗੀ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਔਰ ਬਿਲਕੁਲ ਮੈਂ ਜਦੋਂ ਵੀ ਮਿਲਦੀ ਆ ਨਾ, ਮਾਨਯ ਮੁੱਖ ਮੰਤਰੀ ਨੂੰ ਵੀ ਜਦੋਂ ਵੀ ਮਿਲਦੀ ਆ, ਗ੍ਰਹਿ ਮੰਤਰੀ ਜੀ ਨੂੰ ਜਦੋਂ ਵੀ ਮਿਲਦੀ ਆ,
ਇਸ ਟੌਪਿਕ ਤੇ ਮੈਂ 100% ਗੱਲ ਕਰਦੀ ਨਸ਼ਾ ਖਤਮ ਕਰਨਾ ਹੈ ਤੇ ਆਪਾਂ ਨੌਜਵਾਨਾਂ ਨੂੰ ਜੀ ਨੌਕਰੀ ਦੇਣੀ ਪਊਗੀ, ਕੋਈ ਰੋਜ਼ਗਾਰ ਦੇਣਾ ਪਊਗਾ, ਜ਼ਰੂਰੀ ਨਹੀਂ ਗਵਰਨਮੈਂਟ ਹੀ, ਪ੍ਰਾਈਵੇਟ ਦੇ ਵਿੱਚ ਵੀ ਉਹਨਾਂ ਨੂੰ ਆਪਾਂ ਨੂੰ ਲਿਜਾਣਾ ਪਊਗਾ ਜੀ। ਸਰਸਾ ਹੁਣ ਦੇਖੋ ਡਿਪਟੀ ਸੀਐਮ ਆਪਣੇ ਸਰਸੇ ਦੇ ਹੈਗੇ ਆ, ਜੇਲ੍ਹ ਤੇ ਬਿਜਲੀ ਮੰਤਰੀ ਉਹ ਵੀ ਸਰਸੇ ਇਲਾਕੇ ਦੇ ਵਿੱਚ ਆਉਂਦੇ ਆ, ਤੁਸੀਂ ਖੁਦ ਸਰਸੇ ਤੋਂ ਹੈਗੇ ਹੋ, ਬਹੁਤ ਵੱਡੇ ਵੱਡੇ ਚਿਹਰੇ ਹੈਗੇ ਆ ਸਰਸਾ ਦੀ। ਲੱਗਦਾ ਨਹੀਂ ਕਿ ਸਰਸਾ ਹਜੇ ਉਸ ਲੈਵਲ ਤੇ ਨਹੀਂ ਗਿਆ, ਸਰਸੇ ਦੇ ਵਿੱਚ ਇੰਡਸਟਰੀ ਇੰਨੀ ਨਹੀਂ ਆਈ ਜਿੰਨੀ ਆਉਣੀ ਚਾਹੀਦੀ ਸੀਗੀ ਜੀ? ਲੱਗਦਾ ਹੈ ਜੀ, ਬਿਲਕੁਲ ਲੱਗਦਾ ਹੈ ਤੇ ਮੇਰੀ ਕੋਸ਼ਿਸ਼ ਵੀ ਹੈ ਮਾਨਯ ਜੀ। ਕਮੀ ਮੈਨੂੰ ਲੱਗਦਾ ਹੈ ਕਿ ਪਹਿਲਾਂ ਜਿਹੜੇ ਜਿਨ੍ਹਾਂ ਦੇ ਕੋਲ ਵੀ ਰਾਜ ਸੀ ਉਹਨਾਂ ਨੇ ਇਸ ਚੀਜ਼ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੇਰੀ ਤਾਂ ਬਹੁਤ ਜ਼ਿਆਦਾ ਇਸ ਗੱਲ ਕੀ ਕੋਸ਼ਿਸ਼, ਇੱਕ ਤਾਂ ਮੈਨੂੰ ਲੱਗਦਾ ਕਿ ਉੱਥੇ ਐਗਰੀਕਲਚਰ ਜ਼ਿਆਦਾ ਹੈ ਜੀ, ਉੱਥੇ ਕੋਈ ਵੀ ਇੰਡਸਟਰੀ ਵਾਲਾ ਜੇ ਆਉਣਾ ਚਾਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਨਫਰਾਸਟ੍ਰਕਚਰ ਉੱਥੇ ਪੂਰਾ ਹੋਏ। ਇਸ ਕਰਕੇ ਮੈਂ ਪੂਰੀ ਕੋਸ਼ਿਸ਼ ਕਰਕੇ ਉੱਥੇ ਰੇਲਵੇ ਦਾ ਤਾਂ ਮੈਂ ਬਹੁਤ ਜ਼ਿਆਦਾ ਜਿਹੜਾ ਆਵਾਗਮਨ ਉੱਥੇ ਮੈਂ ਕੀਤਾ ਸਟਾਰਟ। ਤੁਸੀਂ ਵੇਖਿਆ ਹੋਣਾ ਕਿ ਗੋਰਖਧਾਮ ਜਿਹੜੀ ਟ੍ਰੇਨ ਸੀ ਉਹ ਪਹਿਲੇ ਹਿਸਾਰ ਤੱਕ ਆਂਦੀ ਸੀ, ਆਪਾਂ ਨੇ ਉਹਨੂੰ ਸਿਰਸਾ ਤੇ ਕਰਦੇ ਹੋਏ ਬਠਿੰਡਾ ਤੱਕ ਪਹੁੰਚਾਤਾ ਹੈ। ਹੁਣ ਇੱਕ ਜਿਹੜੀ ਟ੍ਰੇਨ ਹੈ ਉਹ ਆਪਾਂ ਬਠਿੰਡਾ ਤੋਂ ਲੈ ਕੇ ਸਿਰਸਾ ਤੱਕ ਉਹ ਚੱਲਣੀ ਸ਼ੁਰੂ ਹੋ ਗਈ ਹੈ। ਅੱਛਾ ਜੀ। ਇਸ ਤੋਂ ਲੈ ਕੇ ਇਸ ਤੋਂ ਬਾਅਦ ਤੁਸੀਂ ਤ੍ਰਿਪੁਰ ਸੁੰਦਰੀ ਇੱਕ ਟ੍ਰੇਨ ਹੈ ਉਹ ਆਪਾਂ ਸ਼ੁਰੂ ਕਰਵਾਈ ਹੈ। ਤਾਂ ਜਿਹੜੀ ਡੱਬਵਾਲੀ ਚ ਜੰਮੂ ਤਵੀ ਜਿਹੜੀ ਟ੍ਰੇਨ ਹੈ ਉਹਦਾ ਸਟਾਪੇਜ ਆਪਾਂ ਕਰਵਾਇਆ ਹੈ। ਬਹੁਤ ਜੀ ਜਿਹੜੀ ਟ੍ਰੇਨ ਦੀ ਹੈ ਉਹ ਆਪਾਂ ਕੋਸ਼ਿਸ਼ ਕਰਕੇ ਚਾਹੇ ਸਟਾਪੇਜ ਹੋਏ ਚਾਹੇ ਨਈ ਟ੍ਰੇਨਾਂ ਹੋਏ ਆਪਾਂ ਸ਼ੁਰੂ ਕਰਵਾਈਆਂ ਨੇ। ਜਦੋਂ ਇਨਫਰਾਸਟ੍ਰਕਚਰ ਠੀਕ ਹੋਏਗਾ ਨਾ ਤਾਂ ਉਹ ਤੋਂ ਬਾਅਦ ਫਿਰ ਉੱਥੇ ਜਿਹੜੀ ਆਪਣੇ ਨੌਜਵਾਨ ਨੇ ਉਹਨਾਂ ਨੂੰ ਵੀ ਲੱਗੇਗਾ ਕਿ ਵੀ ਜਿਹੜਾ ਬਾਹਰਲੇ ਇਲਾਕੇ 'ਚ ਕੀ ਹੋ ਰਿਹਾ ਥੋੜਾ ਜਿਹਾ ਉਹ ਵੇਖ ਕੇ ਆਣਗੇ ਤੇ ਇੱਥੇ ਕੁਛ ਨਾ ਕੁਛ ਆਪਣਾ ਨਇਆ ਵੀ ਸ਼ੁਰੂ ਕਰ ਸਕਦੇ ਆ। ਤਾਂ ਮੈਨੂੰ ਲੱਗਦਾ ਕਿ ਐਗਰੀਕਲਚਰ ਬੇਸ ਏਰੀਆ ਹੈ, ਇਸ ਕਰਕੇ ਜਿਹੜਾ ਐਗਰੋ ਪ੍ਰੋਡਕਟਸ ਜਿਹੜੇ ਨੇ ਨਾ ਉਹਦੀ ਇੰਡਸਟਰੀ ਇੱਥੇ ਲੱਗ ਸਕਦੀ ਹੈ। ਮੇਰੀ ਕੋਸ਼ਿਸ਼ ਵੀ ਹੈ, ਆਪਾਂ ਕਰ ਵੀ ਰਹੇ ਹਾਂ, ਮਾਨਯ ਮੁੱਖ ਮੰਤਰੀ ਜੀ ਨਾਲ ਵੀ ਗੱਲ ਕਰਦੇ ਹਾਂ ਕਿ ਜਿਹੜੀ ਆਪਣਾ ਕਪਾਸ ਇੱਥੇ ਨਰਮਾ ਜ਼ਿਆਦਾ ਹੁੰਦਾ ਹੈ ਤੇ ਕੁਛ ਨਾ ਕੁਛ ਜਿਹੜਾ ਕਾਟਨ ਦਾ ਕੁਛ ਨਾ ਕੁਛ ਆਏ। ਇਸ ਕਰਕੇ ਕਲਸਟਰ 'ਚ ਉਹਨਾਂ ਨੇ ਕਿਹਾ ਸੀ ਜੇ ਕਲਸਟਰ 'ਚ ਸਾਰੇ ਕੁਛ ਕਿਸਾਨ ਇਕੱਠੇ ਹੋ ਕੇ ਆਪਣਾ ਜੇ ਕੋਸ਼ਿਸ਼ ਕਰਨਾ ਚਾਹਣਗੇ ਤਾਂ ਸਰਕਾਰ ਦੀ ਤਰਫੋਂ ਸਬਸਿਡੀ ਮਿਲੇਗੀ। ਤਾਂ ਕੋਸ਼ਿਸ਼ ਹੈ ਕਰਾਂਗੇ ਜ਼ਰੂਰ, ਆਪਾਂ ਉਮੀਦ ਹੈ ਕਿ ਕੁਛ ਨਾ ਕੁਛ ਹੋਏਗਾ। ਰੋਹਤਕ ਜਾਂ ਕਰਨਾਲ ਵਰਗਾ ਬਣ ਜੇ ਸਰਸਾ ਜੀ? ਨਹੀਂ ਬਿਲਕੁਲ, ਉਸ ਤੇ ਵੀ ਵੱਧ ਕੇ ਬਣ ਜੇ। ਸਾਡੀ ਤਾਂ ਕੋਸ਼ਿਸ਼ ਇਹੀ ਹੋਏਗੀ ਕਿ ਉਸ ਤੋਂ ਵੀ ਵੱਧ ਕੇ ਬਣ ਜਾਏ ਜੀ। ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਜੀ, ਉਹ ਸਵਾਲ ਵੀ ਅਗਲਾ ਲੈ ਹੀ ਲੈਂਦੇ ਆਪਾਂ। ਜਿਹੜਾ ਘੱਗਰ ਨਦੀ ਹੈ ਜੀ, O2 ਹੈਡ ਜਿਹੜਾ ਬਣਿਆ ਹੋਇਆ ਉੱਥੋਂ ਨਹਿਰਾਂ ਪਾੜਦੀਆਂ ਜੀ, ਇੱਕ NGC ਜਿਹੜੀ ਹੈਗੀ ਆ ਉਹ ਇੱਧਰਲੇ ਪਾਸੇ ਨੂੰ ਪਾੜ ਜਾਂਦੀ, ਉਹਦੇ ਤੇ ਕੋਈ ਭਾਖੜਾ ਸੈਂਫੜ ਜਿਹੜਾ ਹੈ ਨਹੀਂਗਾ। ਕਿਸਾਨ ਕਹਿੰਦੇ ਵੀ ਜਦੋਂ ਘੱਗਰ ਓਵਰਫਲੋ ਹੁੰਦੀ ਹੈ ਅੰਦਰਲੇ ਪਾਸੇ ਜਿਹੜੇ ਲੋਕਾਂ ਦੀਆਂ ਕਿਸਾਨਾਂ ਦੀਆਂ ਜੀ ਜ਼ਮੀਨਾਂ ਉਹ ਤਾਂ ਬਿਲਕੁਲ ਡੈਮੇਜ ਹੋ ਜਾਂਦੀਆਂ, ਝੋਨਾ ਲੱਗਿਆ ਹੁੰਦਾ ਪਾਣੀ ਉੱਤੋਂ ਦੀ ਸੜ ਜਾਂਦੀਆਂ। ਫੁੱਲ ਘੱਗਰ ਨਦੀ ਵਗ ਰਹੀ ਹੈ, ਬਾਹਰਲੇ ਪਾਸੇ ਜਿਹੜੀ ਨਹਿਰ ਜਾ ਰਹੀ ਹੈ ਜੀ ਉਹ ਬਿਲਕੁਲ ਬੰਦ ਕਰ ਦਿੱਤੀ ਜਾਂਦੀ ਹੈ, 20 ਦਿਨ 25 ਦਿਨ ਵੀ ਉਹ ਬੰਦ ਰਹਿੰਦੀ ਹੈ। ਅੰਦਰਲੇ ਪਾਸੇ ਕਿਸਾਨਾਂ ਦੀਆਂ ਪੈਲੀਆਂ ਫਸਲ ਤਬਾਹ ਕਰ ਰਿਹਾ ਪਾਣੀ, ਬਾਹਰਲੇ ਪਾਸੇ ਜੀ ਸੋਕਾ ਪੈ ਰਿਹਾ। 75 ਸਾਲ ਹੋ ਗਏ ਜੀ, ਕੀ ਮਜਬੂਰੀ ਰਹੀ ਆ ਸਰਕਾਰ ਦੀ? ਇੱਕ ਕੋਈ ਭਾਖੜਾ ਤੇ ਸੈਂਫਨ ਨਹੀਂ ਬਣਿਆ ਜੀ ਭਾਖੜਾ ਉੱਥੇ? ਹਾਂ ਨਹੀਂ, ਉਹ ਨਾ ਗੱਲ ਹੋਈ ਸੀ ਮੇਰੀ ਜਿਹੜੀ ਐਕਸ਼ਨ ਨੇ ਉਹਨਾਂ ਦੇ ਨਾਲ ਵੀ। ਹੁਣ ਜਿਹੜੀ ਫਾਈਲ ਹੈ ਐਕਸ਼ਨ ਕੋਲ ਪਈ ਹੈ ਤਾਂ ਸਾਈਫਨ ਦੇ ਬਾਰੇ ਉਹ ਕਹਿ ਰਹੇ ਨੇ, ਪੂਰੀ ਉਮੀਦ ਹੈ ਕਿ ਬਹੁਤ ਜਲਦੀ ਉੱਥੇ ਕਾਰਵਾਈ ਹੋਏਗੀ ਤੇ ਆਪਾਂ ਮੁੱਖ ਮੰਤਰੀ ਜੀ ਨਾਲ ਵੀ ਗੱਲ ਕਰਾਂਗੇ ਉਹਦੇ ਬਾਰੇ 'ਚ। ਤਾਂ ਮੇਰੀ ਕੋਸ਼ਿਸ਼ ਹੈ ਕਿ ਇਹ ਜਿਹੜੀ ਦਿੱਕਤ ਹੈ ਇਹ ਦੂਰ ਹੋਣੀ ਚਾਹੀਦੀ। ਘੱਟੋ ਘੱਟ ਜੇ ਘੱਗਰ 'ਚ ਫੁੱਲ ਪਾਣੀ ਹੁੰਦਾ ਤੇ ਨਾਲੋਂ ਨਹਿਰ 'ਚ ਜੀ ਜ਼ਰੂਰ ਛੱਡਿਆ। ਹਾਂ ਨਹੀਂ ਬਿਲਕੁਲ, ਉਸ ਬਾਰੇ ਗੱਲ ਹੋ ਰਹੀ ਹੈ। ਸਾਈਫਨ ਆਪਾਂ ਬਣਾ ਕੇ ਉੱਥੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਦਿੱਕਤ ਹੈ ਦਿੱਕਤ ਦੂਰ ਹੋਏ। ਐਕਸ਼ਨ ਕੋਲ ਫਾਈਲ ਪਈ ਹੈ ਤਾਂ ਆਪਾਂ ਗੱਲ ਕਰਕੇ ਇਹਨੂੰ ਅੱਗੇ ਵਧਾਵਾਂਗੇ। ਥੋੜਾ ਜਿਹਾ ਵਾਅਦਾ ਕਰ ਦਿਓ ਕਿਸਾਨਾਂ ਦੇ ਨਾਲ, ਲੱਗਦਾ ਕਿ ਇਹਦੇ ਵਿੱਚ ਹੋ ਜਾਊਗਾ ਜਿਹੜੇ 2 ਸਾਲ ਰਹਿ ਗਏ ਜੀ? ਦੇਖੋ ਜੇ ਮੈਂ ਕਲੀਅਰ ਤੁਹਾਨੂੰ ਗੱਲ ਦੱਸਾਂ ਕਿ ਇਹ ਕੰਮ ਹੈ ਰਾਜ ਸਰਕਾਰ ਦਾ। ਰਾਜ ਸਰਕਾਰ ਵਿੱਚ ਜਿਹੜੇ ਨੇ ਉਹ ਵੀ ਸਾਡੀ ਸਰਕਾਰ ਹੀ ਹੈ, ਬੀਜੇਪੀ ਦੀ ਸਰਕਾਰ ਹੈ। ਤਾਂ ਮੇਰੀ ਕੋਸ਼ਿਸ਼ ਰਹੇਗੀ ਕਿ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਹਿ ਕੇ ਮੈਂ ਇਸ ਕੰਮ ਨੂੰ ਜਿੰਨਾ ਜਲਦੀ ਹੋ ਸਕੇ ਕਰਵਾ ਸਕਾਂ। ਜੀ ਕਿਉਂਕਿ ਉਹ ਸਾਰਾ ਏਰੀਆ ਹੈ ਹੀ ਇਹਦੇ ਤੇ ਜੀ ਨਹਿਰੀ। ਜੀ ਤਾਂ ਜਿਹੜਾ ਮੈਂ ਮੇਰੇ ਇਲਾਕੇ ਜੋ ਵੀ ਹੁੰਦਾ ਹੈ ਇੱਕ ਸੰਸਦ ਦੇ ਤੁਸੀਂ ਵੇਖਿਆ ਹੋਣਾ ਕਿ ਸੰਸਦ ਦੇ ਜਾ ਕੇ ਉੱਥੇ ਇੱਕ ਸੰਸਦ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉੱਥੇ ਜਾ ਕੇ ਇਸ ਇਲਾਕੇ ਦੀ ਗੱਲਬਾਤ ਰੱਖਣਾ, ਉਹਦੇ 'ਚ ਮੈਂ ਕੋਈ ਕੋਰ ਕਸਰ ਨਹੀਂ ਛੱਡਦੀ ਪੂਰੇ। ਹਾਂ ਤੁਸੀਂ ਵੇਖਿਆ ਹੋਣਾ ਕਿ ਅੱਜ ਤੋਂ ਪਹਿਲਾਂ ਕਦੇ ਕਿਸੇ ਸੰਸਦ ਨੇ ਇੰਨਾ ਨਹੀਂ ਬੋਲਿਆ ਹੋਣਾ ਸੰਸਦ ਵਿੱਚ ਜਾ ਕੇ ਜਿੰਨਾ ਮੈਂ ਬੋਲਦੀ ਹਾਂ। ਤਾਂ ਪੂਰੇ ਅੱਜ ਤੱਕ ਜਿੰਨੀ ਵੀ ਵਾਰ ਸੰਸਦ ਚੱਲੀ ਹੈ ਮੈਂ ਇੱਕ ਵਾਰ ਵੀ ਮਿਸ ਨਹੀਂ ਕੀਤੀ, 100% ਮੇਰੀ ਹਾਜ਼ਰੀ ਹੈ ਉੱਥੇ। ਅੱਛਾ ਜੀ। ਤਾਂ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਜਿਹੜਾ ਮੇਰੇ ਹੱਥ 'ਚ ਹੈ ਉਹ ਮੈਂ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹਾਂ, ਜਿਹੜਾ ਦੂਸਰਿਆਂ ਦੇ ਹੱਥ 'ਚ ਹੈ ਉਹ ਕਰਾਉਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ। ਤਾਂ ਮੇਰੀ ਕੋਸ਼ਿਸ਼ ਰਹੇਗੀ ਕਿ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਹਿ ਕੇ ਆਪਾਂ ਜਿਹੜਾ ਸਾਈਫਨ ਵਾਲੀ ਦਿੱਕਤ ਹੈ ਇਹ ਨਹਿਰ ਵਾਲੀ ਇਹ ਆਪਾਂ ਜ਼ਰੂਰ ਕਰਾਵਾਂਗੇ ਜੀ। ਸਰਸੇ ਤੋਂ ਲੈ ਕੇ ਬਣੀ ਬਾਰਡਰ ਪੈਂਦਾ ਜੀ, ਬਣੀ ਲਾਸਟ ਪਿੰਡ ਹੈਗਾ ਤੇ ਉਹ 55 ਕਿਲੋਮੀਟਰ ਦਾ ਏਰੀਆ ਹੈ
ਤੇ ਉਹ ਸਵਾਲ ਹੈ ਜੀ ਉਹਨਾਂ ਦੇ ਛੋਟੇ ਛੋਟੇ। ਉਹ ਕਹਿੰਦੇ ਵੀ ਕੋਈ ਤਾਂ ਚਲੋ ਥੋੜੇ ਜੇ ਠੀਕ ਹੁੰਦੇ ਆ ਘਰ, ਉਹ ਤਾਂ ਆਪਦੀਆਂ ਕੁੜੀਆਂ ਨੂੰ +2 ਤੋਂ ਬਾਅਦ ਸਰਸੇ ਜੇ ਕਿਸੇ ਨੇ ਲਾਉਣਾ ਕੋਰਸ ਕਰਾਉਣ ਕੋਈ ਇੰਸਟੀਚਿਊਟ ਦੇ ਵਿੱਚ, ਉਹ ਕਹਿੰਦੇ ਵੀ ਪ੍ਰਾਈਵੇਟ ਵੈਨਾਂ ਅਫੋਰਡ ਕਰ ਲੈਂਦੇ ਆ। ਪਰ ਜਿਹੜੇ ਗਰੀਬ ਤਬਕਾ ਹੈ ਉਹ ਨਾ ਤਾਂ ਵਿਚਾਰੇ ਬੱਸ ਤੇ ਭੇਜ ਸਕਦੇ ਆ ਜੀ, ਤੇ ਪ੍ਰਾਈਵੇਟ ਬੱਸ ਨੂੰ ਉਹ ਮਤਲਬ ਪੈਸਾ ਨਹੀਂ ਦੇ ਸਕਦੇ। ਕੋਈ ਇਹੋ ਜਿਹਾ ਕੋਈ ਕੁਝ ਕਰੋਗੇ, ਕੁਝ ਮਾੜਾ ਮੋਟਾ ਕੋਈ? ਬਿਲਕੁਲ ਬਿਲकुल ਮੇਰੇ ਧਿਆਨ ਵਿੱਚ ਗੱਲ ਆਈ ਸੀ, ਤਾਂ ਮੇਰੀ ਕੋਸ਼ਿਸ਼ ਰਹੇਗੀ ਕਿ ਹਾਂ ਨਹੀਂ ਕੋਈ ਬੱਸ ਜਿਹੜੀ ਹੈ ਨਾ, ਕੋਈ ਆਪਾਂ ਇਹੋ ਜੀ ਬੱਸ ਚਲਾਵਾਂਗੇ ਜਿਹੜੀ ਆਪਣੀ ਬੱਚੀਆਂ ਨੂੰ ਕੁੜੀਆਂ ਨੂੰ ਉੱਥੋਂ ਲੈ ਕੇ ਔਰ ਸਿਰਸਾ ਤੱਕ ਆਏ, ਤਾਂ ਸਿਰਸਾ ਤੋਂ ਲੈ ਕੇ ਵਾਪਸ ਉਹਨਾਂ ਹਾਂ ਕੋਈ ਰੇਟ ਵੀ ਥੋੜਾ ਜਿਹਾ ਠੀਕ ਠਾਕ ਜਾ ਹੋਵੇ ਜੀ ਉਹਨਾਂ ਦਾ। ਕੋਸ਼ਿਸ਼ ਹੋਏਗੀ ਕਿ ਕੋਈ ਨਾ ਕੋਈ ਜਿਹੜੀ CSR ਜਿਹੜੀ ਹੁੰਦੀ ਹੈ ਉੱਥੋਂ ਕੋਈ ਇੰਡਸਟਰੀ ਇਹੋ ਜਿਹੀ ਆਏ ਅੱਗੇ ਆ ਕੇ, ਤਾਂ ਜਿਹੜਾ ਮੇਰੇ ਕੋਲ ਜੋ ਵੀ ਹੋ ਸਕੇਗਾ ਇੱਕ ਸੰਸਦ ਨਿਧੀ ਤੋਂ ਉਹ ਵੀ ਮੈਂ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੀ, ਤਾਂ ਕਿ ਇਹ ਦਿੱਕਤ ਦੂਰ ਹੋਏ। ਮੇਰੀ ਨੌਲੇਜ 'ਚ ਆਈ ਸੀ, ਤਾਂ ਮੈਂ ਇਸ ਦਾ ਮੈਂ ਪੂਰਾ ਤੁਹਾਨੂੰ ਪ੍ਰੋਮਿਸ ਕਰਦੀ ਹਾਂ, ਮੈਂ ਜ਼ਰੂਰ ਬਹੁਤ ਜਲਦ ਕੁਝ ਨਾ ਕੁਝ ਐਸੇ 'ਚ ਗਵਾਂਢ ਜਿਹੜਾ ਹੈਗਾ ਪੰਜਾਬ, ਉੱਥੇ ਇੱਕ ਨਵੀਂ ਸਰਕਾਰ ਜਿਹੜੀ ਹੈ, ਨਵੀਂ ਪਾਰਟੀ ਦੀ ਬਿਲਕੁਲ ਉਹਨੇ ਐਂਟਰੀ ਕੀਤੀ ਸੀ ਤੇ ਬਣ ਚੁੱਕੀ ਆਮ ਆਦਮੀ ਪਾਰਟੀ ਦੀ। ਤੇ ਸਰਸੇ ਤੋਂ ਜਿਹੜੇ MP ਤੋਂ ਪਹਿਲਾਂ ਸੀਗੇ ਅਸ਼ੋਕ ਤੰਵਰ ਸਾਹਿਬ, ਉਹ ਆਪ ਦੇ ਵਿੱਚ ਉਹਨਾਂ ਨੇ ਜੁਆਇਨਿੰਗ ਕਰ ਲਈ ਹੈ। ਤੁਹਾਨੂੰ ਲੱਗਦੀ ਹੈ ਚੁਣੌਤੀ ਦੇ ਦੇਣਗੇ ਤੁਹਾਨੂੰ, ਜਾਂ ਕਿਵੇਂ ਦੇਖਦੇ ਹੋ ਤੁਸੀਂ ਆਪਣਾ? ਨਹੀਂ ਦੇਖੋ ਜੀ ਕਿ ਮੈਂ ਆਪਣਾ ਕੰਮ ਕਰਦੀ ਹਾਂ, ਮੈਂ ਕੋਈ ਆਸ-ਪਾਸ ਨਹੀਂ ਵੇਖਦੀ ਵੀ ਉਹ ਕੀ ਕਰ ਰਿਹਾ ਜਾਂ ਉਹ ਕੀ ਕਰ ਰਿਹਾ। ਮੈਂ ਆਪਣੀ ਮਿਹਨਤ ਕਰਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਦੀ ਮਦਦ ਕਰ ਸਕਦੀ ਹਾਂ। ਮੈਂ ਜੋ ਵੀ ਕੰਮ ਹੋ ਸਕਦਾ ਇਲਾਕੇ ਦਾ ਉਹ ਕਰਾ ਸਕਦੀ ਹਾਂ, ਉਹ ਮੈਂ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹਾਂ। ਤੇ ਬਾਕੀ ਜਿਹੜਾ ਠੀਕ ਹੈ ਕੌਣ ਕਿਸੇ ਪਾਰਟੀ 'ਚ ਜਾ ਰਿਹਾ ਕਿਸੇ 'ਚ ਨਹੀਂ ਜਾ ਰਿਹਾ, ਮੈਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਨਹੀਂ ਦੇਖਦੀ। ਤੁਸੀਂ ਜੇ ਤੰਵਰ ਸਾਹਿਬ ਦੀ ਤੁਸੀਂ ਗੱਲ ਕਰੋ ਤੇ ਦੇਖੋ ਪਹਿਲਾਂ ਕਾਂਗਰਸ ਪਾਰਟੀ 'ਚ ਸੀ, ਕਾਂਗਰਸ ਪਾਰਟੀ 'ਚ ਵੀ ਜਿਹੜਾ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ ਪੂਰੇ ਪ੍ਰਦੇਸ਼ ਦੇ ਅਧਿਅਕਸ਼ ਸੀ। ਤਾਂ ਇੱਕ ਵਾਰ ਉਹ ਬਣੇ ਨੇ ਸਾਂਸਦ, ਇੱਕ ਵਾਰ ਸਾਂਸਦ ਬਣ ਕੇ ਉਹਨਾਂ ਨੇ ਜੋ ਵੀ ਕੰਮ ਕੀਤੇ ਨੇ ਉਹ ਲੋਕੀ ਉਹ ਇੱਕ ਤਰਫ ਰੱਖ ਲੈਣ, ਮੈਂ ਜਿਹੜੇ ਕਰ ਰਹੀ ਹਾਂ ਉਹਨੂੰ ਇੱਕ ਤਰਫ ਰੱਖ ਲੈਣ। ਅੱਛਾ ਜੀ। ਤੇ ਉਸ ਤੋਂ ਬਾਅਦ ਦੇਖੋ ਉਹਨਾਂ ਨੇ ਉਹ ਪਾਰਟੀ ਛੱਡੀ, ਉਹ ਪਾਰਟੀ ਛੱਡ ਕੇ ਫਿਰ ਉਹਨਾਂ ਨੇ ਆਪਣੀ ਕੋਈ ਪਾਰਟੀ ਬਣਾਈ। ਫਿਰ ਉਸ ਤੋਂ ਬਾਅਦ ਫਿਰ ਉਹ ਜਿਹੜੀ ਕੋਈ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹਦੇ ਮਮਤਾ ਬਨਰਜੀ ਵਾਲੀ ਉਸ ਪਾਸੇ ਚਲੇ ਗਏ, ਉੱਥੇ ਤਾਂ ਥੋੜਾ ਟਾਈਮ ਹੀ ਰਹੇ ਸੀ ਹੈ ਨਾ। ਫਿਰ ਉਹ ਛੱਡ ਕੇ ਫਿਰ ਹੁਣ ਆਪ ਪਾਰਟੀ 'ਚ ਆ ਗਏ। ਤਾਂ ਇਹ ਲੋਕੀ ਬੜੇ ਸਿਆਣੇ ਨੇ, ਉਹ ਵੇਖਦੇ ਨੇ ਵੀ ਤੁਹਾਡੀ ਸੋਚ ਕੀ ਹੈ, ਤੁਸੀਂ ਰਾਜਨੀਤੀ ਤੁਹਾਡੀ ਮਹੱਤਵਾਕਾਂक्षा ਕੀ ਹੈ, ਤੁਸੀਂ ਰਾਜਨੀਤੀ ਕਿਸ ਵਾਸਤੇ ਕਰਨਾ ਚਾਹੁੰਦੇ ਹੋ। ਤੁਸੀਂ ਰਾਜਨੀਤੀ ਆਪਣੇ ਆਪ ਨੂੰ ਉੱਪਰ ਉਠਾ ਕੇ ਜਾਂ ਆਪਣੇ ਆਪ ਕੁਝ ਬਣਨਾ ਚਾਹੁੰਦੇ ਜਾਂ ਕਿਸੇ ਦੇ ਵਾਸਤੇ ਕੁਝ ਕਰਨ ਵਾਸਤੇ ਰਾਜਨੀਤੀ ਕਰਨਾ ਚਾਹੁੰਦੇ ਹੋ। ਮੈਨੂੰ ਲੱਗਦਾ ਲੋਕੀ ਸਾਰੀ ਗੱਲਾਂ ਨੂੰ ਸਮਝਦੇ ਨੇ, ਤਾਂ ਇਸ ਕਰਕੇ ਮੈਂ ਤਾਂ ਆਪਣੀ ਕੋਸ਼ਿਸ਼ ਕਰਦੀ ਹਾਂ, ਆਪਣੀ ਮਿਹਨਤ ਕਰਦੀ ਹਾਂ, ਔਰ ਤੇ ਉਸ ਤੇ ਮੈਂ ਉਮੀਦ ਰੱਖਦੀ ਹਾਂ ਕਿ ਲੋਕੀ ਜਿਨ੍ਹਾਂ ਨੇ ਇੰਨਾ ਪਿਆਰ ਮੈਨੂੰ ਜਿਹੜਾ ਹੈ 2019 ਵਿੱਚ ਦਿੱਤਾ ਹੈ, 3,09,918 ਵੋਟਾਂ ਤੋਂ ਮੈਨੂੰ ਜਿਤਾ ਕੇ ਵੱਡੀ ਪੰਚਾਇਤ, ਹਾਂ ਬਹੁਤ ਵੱਡੀ ਪੰਚਾਇਤ ਮੈਨੂੰ ਭੇਜਿਆ। ਪਹਿਲੀ ਵਾਰ ਉਹਨਾਂ ਨੇ ਸਾਰਿਆਂ ਨੇ ਮਿਲ ਕੇ, ਸਾਡੇ ਪਾਰਟੀ ਦੇ ਕਾਰਜਕਰਤਾ ਨੇ ਵੀ, ਸਾਰੇ ਲੋਕਾਂ ਨੇ ਮਿਲ ਕੇ ਜਿਹੜੀ ਹੈ ਸਿਰਸਾ 'ਚ ਕਮਲ ਦਾ ਫੂਲ ਖਿਡਾਇਆ। ਤੇ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਪੂਰਾ ਸਾਥ ਦੇਣਗੇ। ਮੈਂ ਵੀ ਆਪਣੀ ਮਿਹਨਤ 'ਚ ਕੋਈ ਕੋਰ ਕਸਰ ਨਹੀਂ ਛੱਡਾਂਗੀ, ਇਸ ਚੀਜ਼ ਦਾ ਮੈਂ ਵਾਅਦਾ ਕਰਦੀ ਹਾਂ। ਸਰਸਾ ਦੇ ਵੈਸੇ ਜੀ ਸਾਰੇ ਜਿੰਨੇ ਵੀ ਪਿੰਡ ਹੈਗੇ ਸਾਰਿਆਂ ਤੇ ਤੁਹਾਡਾ ਹੋਇਆ ਦੌਰਾ ਹੋਇਆ, ਜਾਂ ਕੋਈ ਹਜੇ ਇੱਕ ਅੱਧਾ ਕੋਈ ਰਹਿ ਗਿਆ ਜੀ? ਨਹੀਂ ਵੇਖੋ ਇੱਕ ਤਾਂ ਕਰੋਨਾ ਆ ਗਿਆ ਸੀ, ਫਿਰ ਉਸ ਤੋਂ ਬਾਅਦ ਅੰਦੋਲਨ ਹੋ ਗਿਆ ਸੀ। ਇਸ ਕਰਕੇ ਮੈਂ ਤਾਂ ਨਹੀਂ ਕਹਿ ਸਕਦੀ ਕਿ ਸਾਰੇ ਪਿੰਡਾਂ 'ਚ ਮੈਂ ਜਾ ਕੇ ਘੁੰਮ ਕੇ ਆਈ ਹਾਂ, ਪਰ ਫਿਰ ਵੀ ਹੁਣ ਮੈਂ ਲਗਾਤਾਰ ਜਿਹੜਾ ਹੈ ਕਿਉਂਕਿ ਇਲਾਕਾ ਮੈਨੂੰ ਲੱਗਦਾ ਕਿ ਪੂਰੇ ਹਰਿਆਣਾ 'ਚ ਸਭ ਤੋਂ ਵੱਡਾ ਜਿਹੜਾ ਕਨਸਟੀਚੁਐਂਸੀ ਹੈ ਉਹ ਸਿਰਸਾ ਹੈ। ਫਿਰ ਵੀ ਹਾਂ ਨਰਵਾਣਾ ਤੋਂ ਲੈ ਕੇ ਤੁਸੀਂ ਦੇਖੋ ਕਾਲਾਂਵਾਲੀ ਤੱਕ ਬਹੁਤ ਜ਼ਿਆਦਾ ਏਰੀਆ ਹੋ ਜਾਂਦਾ ਹੈ। ਤਾਂ ਫਿਰ ਵੀ ਮੇਰੀ ਕੋਸ਼ਿਸ਼ ਹੈ, ਪਿਛਲੇ ਦਿਨੋਂ ਵੀ ਮੇਰੀ ਰਾਣੀਆਂ, ਮੇਰਾ ਸੰਤ ਨਗਰ ਉੱਥੇ ਚੱਕਰ ਲੱਗਿਆ ਸੀ, ਚਾਹੇ ਓਡਾ ਹੈ, O2 ਹੈ, ਇਹ ਸਾਰੀ ਜਗ੍ਹਾ ਜਿਹੜੀ ਹੈ ਮੈਂ ਇੱਕ ਇੱਕ ਕਰਕੇ ਐਲਨਾਬਾਦ ਮੈਂ ਬਹੁਤ ਲੰਬਾ, ਸਾਡੇ ਉੱਥੇ ਇਲੈਕਸ਼ਨ ਵੀ ਹੋਇਆ ਸੀ, ਉੱਥੇ ਵੀ ਮੈਂ ਬਹੁਤ ਜ਼ਿਆਦਾ ਮੇਰਾ ਚੱਕਰ ਲੱਗਿਆ। ਤਾਂ ਇੱਕ ਇੱਕ ਕਰਕੇ ਮੈਂ ਸਾਰੇ ਪਿੰਡਾਂ 'ਚ ਜਾ ਰਹੀ ਹਾਂ, ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਉੱਥੇ ਜਾਵਾਂ ਤੇ ਜਿਹੜੀ ਵੀ ਸਮੱਸਿਆਵਾਂ ਉਹਨਾਂ ਦੀ ਹੈ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂ। ਹਾਂ ਐਜ MP ਜੀ, ਕਿਹੜੇ ਤੁਸੀਂ ਪ੍ਰੋਜੈਕਟ ਜਿਹੜੇ ਹੈਗੇ ਸਰਸੇ ਨੂੰ ਲੈ ਕੇ ਆਏ ਹੋ ਸਰਸੇ ਵਾਸਤੇ, ਤੇ ਕਿਹੜੇ ਜਿਹੜੇ ਹੈਗੇ ਤੁਹਾਡੇ ਮਨ ਦੇ ਹੈਗੇ ਜਾਂਦੇ ਆ ਮੈਂ ਜ਼ਰੂਰ ਕਰਕੇ ਦੇਣੇ, ਉਸ ਤੋਂ ਬਾਅਦ ਅਗਲੀ? ਇੱਕ ਤਾਂ ਜੀ ਹਾਂ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਤਾਂ ਮੈਨੂੰ ਰੇਲਵੇ ਦਾ ਸੀ ਕਿ ਉੱਥੇ ਰੇਲਵੇ ਦਾ ਮੈਂ ਜਦੋਂ ਜਿੱਤੀ ਸੀ ਨਾ, ਉਸ ਟਾਈਮ ਸਾਰੇ ਮੇਰੇ ਕੋਲ ਆਏ ਥੇ ਜੀ, ਸਾਨੂੰ ਗੋਰਖਧਾਮ ਗੱਡੀ ਜਿਹੜੀ ਚਾਹੀਦੀ ਹੈ, ਸਾਨੂੰ ਗੋਰਖਧਾਮ ਗੱਡੀ ਚਾਹੀਦੀ ਹੈ। ਇੰਨੇ ਸਾਲ ਹੋ ਗਏ, ਸਿਰਸਾ ਤੋਂ ਹਿਸਾਰ ਤੋਂ ਜਾ ਕੇ ਵਾਪਸ ਲੰਘ ਜਾਂਦੀ ਹੈ, ਕਮ ਤੋਂ ਕਮ ਵੀ 7-8 ਘੰਟੇ ਉੱਥੇ ਹੀ ਰੁਕਦੀ ਹੈ, ਪਰ ਸਿਰਸਾ ਤੱਕ ਨਹੀਂ ਅੱਜ ਤੱਕ ਆਈ। ਅੱਜ ਤੱਕ ਕੋਈ MP ਨੂੰ ਇੱਥੇ ਤੱਕ ਨਹੀਂ ਲੈ ਕੇ ਆਇਆ।
ਤਾਂ ਮੈਂ ਦੇਖੋ ਜੇ ਮੇਰਾ ਜਿਹੜਾ ਪਹਿਲਾ ਉੱਥੇ ਸੰਸਦ ਵਿੱਚ ਜਿਹੜਾ ਮੇਰੀ ਪਹਿਲੀ ਸਪੀਚ ਸੀ ਉਹਦੇ 'ਚ ਵੀ ਮੈਂ ਇਹੀ ਰਿਕੁਐਸਟ ਕੀਤੀ ਕਿ ਜਿਹੜੀ ਤੁਹਾਡੀ ਗੋਰਖਧਾਮ ਹੈ ਉਹ ਮੈਂ ਜ਼ਰੂਰ ਲੈ ਕੇ ਆਵਾਂਗੀ। ਮੈਂ ਮਾਨਯ ਜਿਹੜੇ ਆਪਣੇ ਮੰਤਰੀ ਜੀ ਨੇ, ਰੇਲ ਮੰਤਰੀ ਜੀ, ਉਹਨਾਂ ਨੇ ਰਿਕੁਐਸਟ ਕੀਤੀ ਮੈਂ, ਤੇ ਪਿਛਲੇ ਦਿਨੋਂ ਹੀ ਆਪਾਂ ਉਹ ਜਿਹੜੀ ਮੈਂ ਵਾਅਦਾ ਕੀਤਾ ਸੀ ਉਹ ਮੈਂ ਪੂਰਾ ਕੀਤਾ। ਤਾਂ ਮੇਰੀ ਸਭ ਤੋਂ ਜ਼ਿਆਦਾ ਤਾਂ ਤੁਸੀਂ 4 ਪੁਲ ਦੇਖੋ ਉੱਥੇ ਬਣੇ ਨੇ, ਜਿਹੜਾ ਆਪਣਾ ਚਾਹੇ ਤੁਸੀਂ ਰੇਲਵੇ ਦਾ ਦੇਖੋ, ਚਾਹੇ ਤੁਸੀਂ ਹਾਈਵੇ ਦਾ ਦੇਖੋ, 4 ਉੱਥੇ ਖਾਰਾ ਖੇੜੀ, ਦਰਿਆਪੁਰ, ਦਾਂਗੜ, ਇਹ ਆਪਾਂ ਉੱਥੇ 4 ਬਣਵਾਏ ਨੇ ਉੱਥੇ ਪੁਲ। ਤੇ ਜਿਹੜੇ ਆਪਣੇ ਸੜਕਾਂ ਬਹੁਤ ਜ਼ਿਆਦਾ ਵਧੀਆ ਉੱਥੇ ਬਣ ਗਿਆ ਨੇ, ਬਿਜਲੀ ਦਾ ਕੰਮ ਬਿਲਕੁਲ ਸਹੀ ਚੱਲ ਰਿਹਾ ਹੈ। ਤਾਂ ਇੱਕ ਆਪਣਾ ਮੈਡੀਕਲ ਕਾਲਜ ਜਿਹੜੀ ਹੈ ਉਹ ਵੀ ਮਾਨਯ ਮੁੱਖ ਮੰਤਰੀ ਜੀ ਨੇ ਕਹਿਤਾ, ਉਹ ਵੀ ਮੈਨੂੰ ਲੱਗਦਾ ਬਹੁਤ ਜਲਦ ਉੱਥੇ ਸਟਾਰਟ ਹੋ ਜਾਏਗਾ ਸਿਰਸਾ 'ਚ ਜੀ। ਤਾਂ ਮੇਰੀ ਕੋਸ਼ਿਸ਼ ਇਹੀ ਹੈ ਕਿ ਹੋਰ ਵੀ ਕੰਮ ਹੋਣ, ਤਾਂ ਮੈਂ ਲਗਾਤਾਰ ਲੱਗੀ ਹੋਈ ਹਾਂ, ਮਿਹਨਤ ਕਰ ਰਹੀ ਹਾਂ, ਤਾਂ ਪੂਰੀ ਉਮੀਦ ਹੈ। ਚਲੋ ਉਮੀਦ ਅਸੀਂ ਕਰਦੇ ਹਾਂ ਜੀ ਇਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਗੱਲ ਕਰਦੇ ਸੀਗੇ ਇੰਡਸਟਰੀ ਆਵੇ, ਕਿਉਂਕਿ ਨਸ਼ਾ ਦਾ ਕੋੜ ਇਸੇ ਕਰਕੇ ਉਹ ਦੂਰ ਉਸ ਏਰੀਏ ਦੇ ਵਿੱਚੋਂ ਹੋ ਸਕਦਾ ਹੈ ਜੇ ਘੱਟੋ ਘੱਟ ਆਪਾਂ ਕਰਨਾਲ ਜਾਂ ਰੋਹਤਕ ਦੇ ਬਰਾਬਰ ਜੇ ਕਿਤੇ ਜਾ ਕੇ ਖੜ ਜਾਈਏ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ ਸਾਡੇ ਨਾਲ ਗੱਲਬਾਤ ਕੀਤੀ ਜੀ। ਸਤਿ ਸ੍ਰੀ ਅਕਾਲ ਜੀ। ਇਹ ਸੀ ਸਰਸੇ ਤੋਂ MP ਸ਼੍ਰੀਮਤੀ ਸੁਨੀਤਾ ਦੁੱਗਲ ਜੀ, ਜਿਨ੍ਹਾਂ ਨੇ ਸਾਰਾ ਕੁਝ ਬੜੀ ਬਰੀਕੀ ਦੇ ਨਾਲ ਗੱਲਬਾਤ ਕੀਤੀ। ਕਿਹੜੇ ਪ੍ਰੋਜੈਕਟ ਉਹ ਲੈ ਕੇ ਆਏ ਆ, ਕਿਹੜੇ ਉਹਨਾਂ ਦੇ ਮਨ ਦੇ ਵਿੱਚ ਹੈਗੇ ਆ, ਹਜੇ ਜੋ ਰਹਿੰਦੇ ਟਾਈਮ ਦੇ ਵਿੱਚ ਉਹ ਕਰ ਦੇਣਗੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ ਖਾਸ ਤੌਰ ਤੇ ਉੱਥੋਂ ਦੇ MP ਸੀਗੇ ਅਸ਼ੋਕ ਤੰਵਰ ਜੀ, ਉਹਨਾਂ ਦੇ ਨਾਲ ਉਹ ਕਹਿੰਦੇ ਵੀ ਮੇਰਾ ਕੋਈ ਕੰਪੀਟੀਟਰ ਕੋਈ ਹੈ ਨਹੀਂਗਾ, ਮੈਂ ਆਪਣੇ ਕੰਮਾਂ ਤੇ ਸਿਰਫ ਲੋਕਾਂ ਦੇ ਵਿੱਚ ਪਹਿਲਾਂ ਗਏ ਸੀ ਤੇ ਹੁਣ ਵੀ ਕੰਮਾਂ ਦੇ ਸਿਰ ਤੇ ਹੀ ਦੁਬਾਰੇ ਜਿਹੜਾ ਹੈਗਾ ਉਹ ਜਾਣਾ। ਤੁਹਾਨੂੰ ਇਹ ਇੰਟਰਵਿਊ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।